ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਜੋ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਔਰ ਇਸ ਅਸਥਾਨ ਤੇ ਜੁੜ ਕਰਕੇ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਮਾਲਕ ਸਿਰ ਤੇ ਰੱਖਣ ਔਰ ਆਪ ਸਤਿਗੁਰੂ ਜੀ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ। ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਮਨ ਬਿਰਤੀਆਂ ਇਕਾਗਰ, ਦੋਵੇਂ ਹੱਥ ਜੋੜ ਕਰੋ ਸਤਿਗੁਰੂ ਜੀ ਨੂੰ ਨਮਸਕਾਰ ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ, ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਹਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ। ਸਾਈ ਮੁਝ ਸਿਉ ਲਰ ਪਰਿਆ, ਤੁਝੈ ਕਿਨਹ ਫਰਮਾਈ ਗਾਏ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸ਼ਲੋਕ ਭਗਤ ਕਬੀਰ ਜੀਓ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1375 ਦੇ ਉੱਪਰ ਸੁਭਾਇਮਾਨ ਹੈ। ਇਹਦੇ ਤੋਂ ਪਹਿਲਾਂ 196 ਸ਼ਲੋਕਾਂ ਤੱਕ ਦੀ ਜਿਹੜੀ ਵਿਚਾਰ ਹੈ ਉਹ ਆਪ ਸੰਗਤ ਨੇ ਕੱਲ ਦੇ ਦੀਵਾਨਾਂ ਤੱਕ ਸਰਵਣ ਕੀਤੀ ਹੈ। ਅੱਜ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ। ਔਰ ਅੱਜ ਭਗਤ ਕਬੀਰ ਸਾਹਿਬ ਜੀ ਨੇ ਇੱਕ ਨਵੇਕਲਾ ਪੱਖ ਸਾਡੇ ਸਨਮੁਖ ਰੱਖਿਆ ਤੇ ਉਹ ਨਵੇਕਲਾ ਪੱਖ ਜਿਹੜਾ ਨਾ ਉਹ ਰੱਬ ਦੇ ਘਰ ਨੂੰ ਲੈ ਕਰਕੇ ਆਏ। ਸੰਸਾਰ ਜੋ ਰੱਬ ਦਾ ਘਰ ਮੰਨਦਾ ਹੈ ਤੇ ਅਸਲ ਵਿੱਚ ਰੱਬ ਦਾ ਘਰ ਕਿੱਥੇ ਹੈ? ਕਿਉਂਕਿ ਦੁਨੀਆ ਨੇ ਨਾ ਜਦੋਂ ਰੱਬ ਦੇ ਘਰ ਦੀ ਗੱਲ ਕੀਤੀ ਤੇ ਇੱਕ
ਭਰਮ ਸੀ ਸੰਸਾਰ ਦੇ ਵਿੱਚ ਜਾਂ ਸੰਸਾਰ ਦੇ ਲੋਕਾਂ ਦੇ ਮਨਾਂ ਵਿੱਚ ਕਿ ਰੱਬ ਜਿਹੜਾ ਉਹ ਖਾਸ ਕਿਸੇ ਥਾਂ ਉੱਤੇ ਜਾਂ ਕਿਸੇ ਖਾਸ ਇਮਾਰਤ ਵਿੱਚ ਰਹਿੰਦਾ ਹੈ। ਇਹ ਦੁਨੀਆ ਦੇ ਲੋਕਾਂ ਦੇ ਮਨਾਂ ਵਿਚਲਾ ਭਰਮ ਹੈ ਕਿ ਰੱਬ ਕਿਸੇ ਖਾਸ ਥਾਂ ਉੱਤੇ ਉਹਨੇ ਵੀ ਇੱਕ ਥਾਂ ਮੁਕਰਰ ਕੀਤੀ ਹੋਈ ਹੈ, ਪੱਕੀ ਕੀਤੀ ਵੀ ਮੈਂ ਇੱਥੇ ਰਹਿਣਾ, ਤੇ ਜਾਂ ਉਹ ਕਿਸੇ ਖਾਸ ਇਮਾਰਤ ਵਿੱਚ ਖਾਸ ਦਿਸ਼ਾ ਵਿੱਚ ਰਹਿੰਦਾ ਹੈ। ਇਹ ਲੋਕਾਂ ਦੇ ਮਨਾਂ ਵਿੱਚ ਭਰਮ ਸੀ। ਉਸੇ ਭਰਮ ਨੂੰ ਲੈ ਕੇ ਲੋਕਾਂ ਨੇ ਇਹ ਆਖਿਆ ਸੀ ਵੀ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾਹ ਮੁਕਾਮਾ। ਆਪਣੇ ਆਪਣੇ ਧਰਮ ਦੇ ਮੁਤਾਬਕ, ਆਪਣੇ ਆਪਣੇ ਧਰਮ ਦੇ ਨਿਯਮਾਂ ਮੁਤਾਬਕ ਲੋਕਾਂ ਨੇ ਇਹ ਮੰਨ ਲਿਆ। ਇੱਕ ਧਰਮ ਵਾਲੇ ਕਹਿੰਦੇ ਸੀ ਵੀ ਰੱਬ ਦੱਖਣ ਦਿਸ਼ਾ ਵਿੱਚ ਰਹਿੰਦਾ ਹੈ, ਦੂਜਾ ਧਰਮ ਵਾਲਾ ਉੱਠਦਾ ਸੀ, ਉਹ ਕਹਿੰਦਾ ਨਹੀਂ ਤੂੰ ਤੇ ਝੂਠ ਬੋਲਦਾ, ਤੈਨੂੰ ਕੌਣ ਕਹਿੰਦਾ ਖੁਦਾ ਤੇ ਪੱਛਮ ਵਿੱਚ ਰਹਿੰਦਾ। ਇਹ ਦੁਨੀਆ ਦੇ ਮਨਾਂ ਵਿਚਲਾ ਜਿਹੜਾ ਭਰਮ। ਫਿਰ ਭਗਤ ਕਬੀਰ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ ਸੀ, ਕਹਿੰਦੇ ਭਾਈ ਦੱਖਣ ਵਿੱਚ ਵੀ ਹੈ ਤੇ ਪੱਛਮ ਵਿੱਚ ਵੀ ਹੈ, ਪਰ ਇਹ ਨਹੀਂ ਕਹਿ ਸਕਦੇ ਵੀ ਇਕੱਲਾ ਦੱਖਣ ਤੇ ਪੱਛਮ ਵਿੱਚ ਹੀ ਹੈ, ਕਿਉਂਕਿ ਜੇ ਤੇ ਅਸੀਂ ਦੱਖਣ ਵਿੱਚ ਉਹਨੂੰ ਰੱਖਤਾ ਫਿਰ ਤੇ ਉਹ ਸੀਮਤ ਹੋ ਗਿਆ ਨਾ ਰੱਬ, ਵੀ ਉਹ ਤੇ ਇਕੱਲਾ ਦੱਖਣ ਦਿਸ਼ਾ ਵਿੱਚ ਹੀ ਰਹਿੰਦਾ ਹੈ। ਤੇ ਜੇ ਪੱਛਮ ਦਿਸ਼ਾ ਵਿੱਚ ਰੱਖਤਾ ਫਿਰ ਉਹ ਪੱਛਮ ਦਿਸ਼ਾ ਤੱਕ ਸੀਮਤ ਹੈ, ਵੀ ਰੱਬ ਕੱਲੀ ਪੱਛਮ ਦਿਸ਼ਾ ਵਿੱਚ ਹੀ ਰਹਿੰਦਾ। ਚਲੋ ਦੋਵਾਂ ਵਿੱਚ ਹੀ ਮੰਨ ਲੈਨੇ, ਰੱਬ ਤੇ ਫਿਰ ਸੀਮਤ ਹੋ ਗਿਆ, ਉਹ ਦੱਖਣ ਤੇ ਪੱਛਮ ਵਿੱਚ ਸੀਮਤ ਹੈ, ਨਾ ਪੂਰਬ ਵਿੱਚ ਹੈ ਤੇ ਨਾ ਉਹ ਉੱਤਰ ਵਿੱਚ ਹੈ। ਫਿਰ ਪੂਰਬ ਤੇ ਉੱਤਰ ਵਾਲਾ ਪਾਸਾ ਕਿੱਧਰ ਜਾਏਗਾ? ਤੇ ਭਗਤ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਸੀ, ਕਹਿੰਦੇ ਭਾਈ ਜੇ ਤੂੰ ਰੱਬੀ ਘਰ ਦੀ ਗੱਲ ਕਰਦਾ ਤੇ ਇਹ ਇੱਕ ਮੁਕਰਰ ਥਾਂ ਜਿਹੜੀ ਤੂੰ ਮੰਨ ਕੇ ਬੈਠਾ, ਇਹ ਨਹੀਂ ਹੈ ਉਹਦੀ ਮੁਕਰਰ ਥਾਂ, ਇਹ ਹੈ ਦਿਲ ਮੈਂ ਖੋਜ, ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਅਲੱਗ ਦਿਸ਼ਾ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਨਾ ਕਰ, ਅਲੱਗ ਇੱਕ ਖਾਸ ਜਗ੍ਹਾ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਨਾ ਕਰ, ਤੂੰ ਆਪਣੇ ਦਿਲ ਦੀ ਖੋਜ ਕਰ, ਆਪਣੇ ਹਿਰਦੇ ਨੂੰ ਖੋਜਣ ਦਾ ਯਤਨ ਕਰ। ਰੱਬ ਦਾ ਸਭ ਤੋਂ ਚੰਗਾ ਘਰ ਇਹੀ ਹੈ, ਉਹ ਤੇਰੇ ਹਿਰਦੇ ਵਿੱਚ ਬੈਠਾ ਹੈ। ਹੁਣ ਭਗਤ ਜੀ ਨੇ ਜਿਹੜਾ ਅੱਜ ਦਾ ਪੱਖ ਰੱਖਿਆ ਨਾ, ਉਹਦੇ ਵਿੱਚ ਇਸੇ ਤਰ੍ਹਾਂ ਜ਼ਿਕਰ ਕੀਤਾ, ਕਹਿੰਦੇ ਮੈਂ ਤੁਰ ਪਿਆ ਹੱਜ ਕਰਨ ਦੇ ਵਾਸਤੇ ਕਾਬੇ ਵਾਲੇ ਪਾਸੇ। ਇਸਲਾਮ ਧਰਮ ਦੇ ਲਫ਼ਜ਼ ਜਿਹੜੇ ਉਹ ਭਗਤ ਜੀ ਨੇ ਵਰਤੇ, ਇਹਨਾਂ ਨੂੰ ਜੇ ਆਪਾਂ ਪੜਾਂਗੇ ਤੇ ਉਹ ਅਰਥ ਕਰਦਿਆਂ ਹੋਇਆਂ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਵੀ ਮੈਂ ਆਪਣੇ ਧਰਮ ਦੇ ਮੁਤਾਬਕ, ਜਿਹੜਾ ਧਰਮ ਹੈ, ਜੇ ਅਸੀਂ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਾਂ ਆਪਣੀ ਗੱਲ, ਜੇ ਸਨਾਤਨ ਧਰਮ ਨਾਲ ਸੰਬੰਧ ਰੱਖਦੇ ਹਾਂ ਉਹਨਾਂ ਦੇ ਧਰਮ ਮੁਤਾਬਕ, ਜੇ ਇਸਲਾਮ ਧਰਮ ਦੀ ਗੱਲ ਤੇ ਉਹ ਧਰਮ ਲਫ਼ਜ਼ ਹੀ ਨੇ, ਪਰ ਸਮਝਣ ਲੱਗਿਆਂ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਲੈ ਕੇ ਚੱਲਾਂਗੇ। ਕਹਿੰਦੇ ਹੱਜ ਕਾਬੇ ਹੋਂ ਜਾਏ ਥਾਂ, ਮੈਂ ਤੁਰ ਪਿਆ ਕਾਹਦੇ ਲਈ? ਹੱਜ ਕਰਨ ਵਾਸਤੇ। ਕਿੱਧਰਲੇ ਪਾਸੇ? ਕਾਬੇ ਵਾਲੇ ਪਾਸੇ, ਧਾਰਮਿਕ ਅਸਥਾਨ ਵਾਲੇ ਪਾਸੇ ਤੁਰ ਪਿਆ ਮੈਂ। ਆਗੇ ਮਿਲਿਆ ਖੁਦਾਏ, ਰੱਬ ਕਹਿੰਦੇ ਰਾਹ 'ਚ ਹੀ ਮਿਲ ਪਿਆ। ਵੀ ਮੈਂ ਅਜੇ ਧਰਮ ਅਸਥਾਨ ਵੱਲ ਤੁਰਿਆ ਜਾਂਦਾ ਸੀ, ਕਾਹਦੇ ਲਈ? ਰੱਬ ਨੂੰ ਮਿਲਣ ਚੱਲਿਆ ਭਾਈ, ਹੱਜ ਗੁਜ਼ਾਰਨ ਚੱਲਿਆ ਮੈਂ, ਤੇ ਰੱਬ ਨੂੰ ਮਿਲ ਕੇ ਆਵਾਂਗਾ। ਕਹਿੰਦੇ ਜਦੋਂ ਤੁਰਿਆ ਜਾਂਦਾ ਸੀ ਮੈਂ ਰਸਤੇ ਦੇ ਉੱਤੇ, ਮਾਰਗ ਦੇ ਵਿੱਚ, ਤੇ ਮਾਰਗ ਤੇ ਤੁਰਦੇ ਜਾਂਦੇ ਆ ਨਾ, ਅੱਗੇ ਖੁਦਾ ਆ ਗਿਆ, ਮੇਰੇ ਰੱਬ ਮੇਰੇ ਰਾਹ 'ਚ ਆਇਆ। ਤੇ ਹੁਣ ਜਦੋਂ ਰਾਹ ਦੇ ਵਿੱਚ ਆਇਆ ਤੇ ਉਹਨੇ ਮੈਨੂੰ ਆਵਾਜ਼ ਮਾਰੀ। ਆਵਾਜ਼ ਮਾਰਦਿਆਂ ਹੋਇਆਂ ਭਗਤ ਕਬੀਰ ਸਾਹਿਬ ਕਹਿੰਦੇ ਵੀ ਸਾਈਂ ਮੁਝ ਸਿਓ ਲੜ ਭਰਿਆ। ਉਹ ਮਾਲਕ ਜਿਹੜਾ ਮੇਰੇ ਰਸਤੇ 'ਚ ਆਇਆ, ਰੱਬ ਮੇਰੇ ਰਾਹ 'ਚ ਜਦੋਂ ਆਇਆ, ਉਹ ਮੇਰੇ ਨਾਲ ਲੜ ਪਿਆ। ਤੇ ਲੜਨ ਦਾ ਕਾਰਨ ਕੀ ਸੀ? ਕਹਿੰਦੇ ਉਹਨੇ ਮੈਨੂੰ ਸਵਾਲ ਕੀਤਾ, ਤੁਝ ਕਿਨ ਫਰਮਾਈ ਗਏ? ਵੀ ਤੈਨੂੰ ਦੱਸ ਕਿੰਨੇ ਕਿਹਾ ਭਾਈ ਤੁਝ ਹੈ ਕਿਨ ਫਰਮਾਈ ਗਏ? ਤੈਨੂੰ ਇਹ ਕਿੰਨੇ ਕਿਹਾ ਵੀ ਮੈਂ ਇਕੱਲਾ ਉੱਥੇ ਹੀ ਬੈਠਾ ਜਿੱਥੇ ਤੂੰ ਚੱਲਿਆ? ਭਗਤ ਕਬੀਰ ਸਾਹਿਬ ਨੂੰ ਜਦੋਂ ਪੜ੍ਹਦੇ ਆ ਨਾ, ਤੇ ਭਗਤ ਜੀ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ ਸੀ, ਕਹਿੰਦੇ ਹੱਜ ਕਾਬੇ ਮੈਂ ਹੁਣ ਜਾਂਦਾ ਕੋਈ ਨਹੀਂ, ਨਾ ਮੈਂ ਹੱਜ ਕਰਨ ਵਾਸਤੇ ਕਾਬੇ 'ਚ ਜਾਵਾਂ,
ਤੇ ਨਾ ਹੀ ਮੈਂ ਤੀਰਥ ਸਥਾਨਾਂ ਤੇ ਜਾਵਾਂ। ਹਜ ਕਾਬੈ ਜਾਉ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ। ਮੈਂ ਨਾ ਹਜ ਕਾਬੇ ਜਾਣਾ ਨਾ ਮੈਂ ਤੀਰਥਾਂ ਤੇ ਜਾਣਾ। ਕਹਿੰਦੇ ਇੱਕ ਨੂੰ ਚੇਤੇ ਕਰਨਾ ਸ਼ੁਰੂ ਕਰ ਲਿਆ, ਹੋਰ ਦੂਜਿਆਂ ਦੀ ਆਸ ਹੀ ਛੱਡਤੀ। ਪੂਜਾ ਕਰੋ ਨਾ ਨਿਵਾਜ ਗੁਜ਼ਾਰੋ, ਨਾ ਹੁਣ ਮੈਂ ਕਹਿੰਦੇ ਪੂਜਾ ਕਰਦਾ ਨਾ ਮੈਂ ਨਵਾਜ਼ ਗੁਜ਼ਾਰਦਾ। ਤੇ ਹੁਣ ਕਰਦਾ ਕੀ ਆ? ਕਹਿੰਦੇ ਕੇਵਲ ਇੱਕ ਰੱਬ ਨੂੰ ਆਪਣੇ ਹਿਰਦੇ 'ਚ ਟਿਕਾ ਕੇ ਨਾ, ਇੱਕ ਰੱਬੀ ਯਾਦ ਨੂੰ ਆਪਣੇ ਹਿਰਦੇ 'ਚ ਵਸਾ ਕੇ ਤੇ ਉਹਨੂੰ ਬਾਰ-ਬਾਰ ਮੈਂ ਨਮਸਕਾਰ ਕਰਦਾ, ਰੱਬ ਅੱਗੇ ਝੁਕਦਾ। ਆ ਜਿਹੜੇ ਸੰਸਾਰਕ ਤੌਰ ਤੇ ਭਰਮ ਸਨ ਇਹਨਾਂ ਨੂੰ ਛੱਡਤਾ। ਹੱਜ ਕਰਨ ਵਾਲਾ ਜਿਹੜਾ ਉਹ ਹੱਜ ਕਰਨ ਨੂੰ ਚੰਗਾ ਕਹਿ ਰਿਹਾ। ਹੁਣ ਇੱਕ ਥੋੜੀ ਜੀ ਮੈਂ ਇੱਕ ਤੁਹਾਡੇ ਚਰਨਾਂ 'ਚ ਇੱਥੇ ਬੇਨਤੀ ਕਰਦਾ ਚੱਲਾਂ ਵੀ ਕਿਸੇ ਵੀ ਧਰਮ ਨੂੰ ਨਾ ਤੇ ਮਾੜਾ ਆਖਿਆ ਤੇ ਨਾ ਹੀ ਕਿਸੇ ਧਰਮ ਨੂੰ ਨੀਵਾਂ ਵਿਖਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਭਗਤ ਜੀ ਨੇ ਕੀਤੀ। ਬਾਤ ਇਹ ਹੈ ਜਦੋਂ ਵੀ ਅਸੀਂ ਕਿਸੇ ਧਰਮ ਦੀ ਗੱਲ ਕਰਾਂਗੇ ਨਾ ਤੇ ਧਰਮ ਦੇ ਵਿੱਚ ਅਕਸਰ ਭਰਮ ਜਿਹੜਾ ਉਹ ਕਮਾ ਲਿਆ ਜਾਂਦਾ ਹੈ, ਭੁਲੇਖੇ ਪਾ ਲਏ ਜਾਂਦੇ ਨੇ। ਤੇ ਉਹ ਜਿਹੜੇ ਭੁਲੇਖੇ ਨੇ ਨਾ ਉਹਨਾਂ ਨੂੰ ਗੁਰਬਾਣੀ ਨੇ ਜ਼ਰੂਰ ਕੰਡੈਮ ਕੀਤਾ, ਉਹਨਾਂ ਨੂੰ ਨਿਵਰਤ ਕੀਤਾ। ਉਹ ਜਿਹੜੇ ਪਾਏ ਹੋਏ ਭਰਮ ਨੇ ਉਹਨਾਂ ਨੂੰ ਸਾਡੇ ਮਨਾਂ ਚੋਂ ਜ਼ਰੂਰ ਕੱਢਿਆ। ਸਾਨੂੰ ਧਰਮ ਕਮਾਉਣ ਤੋਂ ਗੁਰਬਾਣੀ ਨੇ ਮਨਾ ਨਹੀਂ ਕੀਤਾ, ਧਰਮ ਅਸੀਂ ਕਮਾਉਣਾ। ਹਾਲਾਂਕਿ ਗੁਰਬਾਣੀ ਵੀ ਸਾਨੂੰ ਕਹਿੰਦੀ ਭਾਈ ਤੂੰ ਧਰਮ ਕਮਾ, ਧਰਮ ਦੇ ਨਿਯਮਾਂ ਦੀ ਪਾਲਣਾ ਕਰ। ਜਿਹੜਾ ਤੇਰਾ ਧਰਮ ਹੈ ਤੈਨੂੰ ਮੁਬਾਰਕ ਹੈ, ਤੂੰ ਆਪਣੇ ਧਰਮ ਦੇ ਮੁਤਾਬਕ ਆਪਣੇ ਧਰਮ ਦੇ ਨਿਯਮਾਂ ਦੀ ਪਾਲਣਾ ਕਰ, ਤੇਰੇ ਵਰਗਾ ਧਰਮੀ ਕੋਈ ਨਹੀਂ। ਪਰ ਇੰਨਾ ਕੁ ਖਿਆਲ ਰੱਖੀ ਉਹ ਧਰਮ ਦੇ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਕਿਤੇ ਭਰਮ ਨਾ ਕਮਾਉਣ ਲੱਗ ਜਾਈ, ਭੁਲੇਖੇ ਨਾ ਕਮਾਉਣ ਲੱਗ ਜਾਈ, ਕਿਤੇ ਭੁਲੇਖਿਆਂ ਵਿੱਚ ਫਸ ਕੇ ਧਰਮ ਤੋਂ ਦੂਰ ਨਾ ਚਲਾ ਜਾਈ। ਇੰਨਾ ਕੁ ਖਿਆਲ ਜ਼ਰੂਰ ਰੱਖੀ। ਹੁਣ ਜਿਹੜਾ ਜ਼ਿਕਰ ਅੱਜ ਭਗਤ ਜੀ ਨੇ ਆਖਿਆ, ਕਹਿੰਦੇ ਵੀ ਰੱਬ ਨੇ ਮੈਨੂੰ ਕਿਹਾ ਤੁਝ ਹੈ ਕਿਨ ਫਰਮਾਈ ਗਾਏ। ਭਾਈ ਤੂੰ ਦੱਸ ਤੈਨੂੰ ਕਿੰਨੇ ਆਖਿਆ ਵੀ ਮੈਂ ਇਕੱਲਾ ਉਸੇ ਅਸਥਾਨ ਤੇ ਰਹਿਣਾ ਜਿਹੜੇ ਤੇ ਤੂੰ ਚੱਲਿਆ। ਬੜੀ ਹੈਰਾਨਗੀ ਦੀ ਗੱਲ ਹੈ। ਹੁਣ ਜਦੋਂ ਤੇ ਗੁਰੂ ਨਾਨਕ ਸਾਹਿਬ ਨੂੰ ਪੜ੍ਹਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਿਕਰ ਕਰਦੇ ਆਖਿਆ ਸੀ ਰੱਬ ਨੇ ਇੱਕ ਸੰਸਾਰ, ਇੱਕ ਬ੍ਰਹਿਮੰਡ ਦੀ ਰਚਨਾ ਕੀਤੀ ਤੇ ਇਸ ਬ੍ਰਹਿਮੰਡ ਵਿੱਚ ਉਹਨੇ ਇੱਕ ਬੜਾ ਵੱਡਾ ਉਪਕਾਰ ਸਾਡੇ ਉੱਤੇ ਕੀਤਾ ਵੀ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਉਹਨੇ ਇੱਕ ਧਰਤੀ ਰੂਪੀ ਧਰਮਸ਼ਾਲਾ ਜਿਹੜੀ ਨਾ ਉਹ ਬਣਾਈ। ਧਰਮਸ਼ਾਲ ਕਿਹਾ ਜਾਂਦਾ ਧਰਮ ਕਮਾਉਣ ਦੀ ਜਗ੍ਹਾ। ਧਰਤੀ ਜਿਹੜੀ ਹੈ ਇਹ ਧਰਮ ਕਮਾਉਣ ਦੀ ਜਗ੍ਹਾ ਹੈ, ਜਿੱਥੇ ਆ ਕੇ ਅਸੀਂ ਧਰਮ ਕਮਾਉਣਾ। ਹੁਣ ਚਾਹੀਦਾ ਤੇ ਇਹ ਸੀ ਅਸੀਂ ਧਰਤੀ ਤੇ ਰਹਿੰਦਿਆਂ ਹੋਇਆਂ ਧਰਮ ਕਮਾਉਂਦੇ, ਧਰਮ ਜਿਹੜਾ ਉਹਨੂੰ ਕਮਾਉਣ ਦੀ ਕੋਸ਼ਿਸ਼ ਕਰਦੇ, ਧਰਮ ਆਪਣੇ ਜੀਵਨ ਦੇ ਅੰਦਰ ਅਪਣਾਉਂਦੇ। ਫਿਰ ਤੇ ਅਸੀਂ ਕਹਿ ਸਕਦੇ ਸਾਂ ਵੀ ਅਸੀਂ ਬੜੇ ਵੱਡੇ ਧਰਮੀ ਆ ਭਾਈ। ਰੱਬ ਨੇ ਸਾਨੂੰ ਧਰਤੀ ਤੇ ਭੇਜਿਆ, ਧਰਤੀ ਉਹਨੇ ਇੱਕ ਧਰਮਸ਼ਾਲਾ ਬਣਾਈ ਸੀ ਤੇ ਧਰਮਸ਼ਾਲਾ ਵਿੱਚ ਰਹਿੰਦੇ ਅਸੀਂ ਧਰਮ ਕਮਾ ਰਹੇ ਹਾਂ, ਅਸੀਂ ਬੜੇ ਚੰਗੇ ਆ। ਫਿਰ ਤੇ ਅਸੀਂ ਮੰਨ ਸਕਦੇ ਸਾਂ। ਹੁਣ ਜਿਹੜੀ ਤੇ ਧਰਮਸ਼ਾਲਾ ਰੱਬ ਨੇ ਬਣਾਈ ਹੈ ਉਹ ਤੇ ਸਾਨੂੰ ਸ਼ਾਇਦ ਚੰਗੀ ਨਹੀਂ ਲੱਗੀ ਤੇ ਅਸੀਂ ਧਰਤੀ ਤੇ ਧਰਮ ਨਹੀਂ ਕਮਾ ਸਕੇ। ਧਰਤੀ ਨੂੰ ਧਰਮਸ਼ਾਲਾ ਮੰਨ ਕੇ ਅਸੀਂ ਧਰਮ ਨਹੀਂ ਕਮਾ ਸਕੇ ਜਾਂ ਧਰਮ ਕਮਾਉਣਾ ਸਾਨੂੰ ਨਹੀਂ ਆਇਆ। ਅਸੀਂ ਕੀ ਕੀਤਾ? ਆਪਣੀ ਮਰਜ਼ੀ ਦੇ ਮੁਤਾਬਕ ਜਾਂ ਆਪਣੇ ਆਪਣੇ ਧਰਮ ਦੇ ਮੁਤਾਬਕ ਅਸੀਂ ਇਮਾਰਤਾਂ ਬਣਾਈਆਂ ਜੀ। ਇਹ ਧਰਮ ਕਮਾਉਣ ਦੀ ਜਗ੍ਹਾ, ਧਰਮ ਕਮਾਉਣ ਦਾ ਅਸਥਾਨ ਹੈ। ਧਰਮ ਅਸਥਾਨ ਵੀ ਮਾੜੇ ਨਹੀਂ, ਚੰਗੇ ਨੇ। ਧਰਮ ਅਸਥਾਨ ਜਿਹੜੇ ਬਣਾਏ ਉਹਨਾਂ ਅਸਥਾਨਾਂ ਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਬਣਦਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਇਨਸਾਨ ਰੱਬ ਦੀ ਬਣਾਈ ਧਰਮਸ਼ਾਲਾ ਵਿੱਚ ਧਰਮ ਨਹੀਂ ਕਮਾ ਸਕਿਆ, ਉਹ ਆਪਣੇ ਬਣਾਏ ਧਰਮ ਸਥਾਨਾਂ ਤੇ ਜਾ ਕੇ ਧਰਮ ਕਿਵੇਂ ਕਮਾ ਲੇਗਾ? ਜਿਹੜਾ ਬੰਦਾ ਰੱਬ ਦੇ ਬਣਾਏ ਧਰਮ ਅਸਥਾਨ ਉੱਤੇ ਧਰਮ ਨਹੀਂ ਕਮਾ ਸਕਿਆ, ਰੱਬ ਨੇ ਧਰਮਸ਼ਾਲਾ ਬਣਾਈ ਉੱਥੇ ਤੋਂ ਧਰਮ ਨਹੀਂ ਕਮਾਇਆ ਗਿਆ, ਧਰਤੀ ਤੇ ਰਹਿੰਦੇ ਹਾਂ ਧਰਮ ਨਹੀਂ ਕਮਾ ਸਕਿਆ, ਤੇ ਇਹ ਇਨਸਾਨ ਆਪਣੇ ਬਣਾਏ ਧਰਮ ਸਥਾਨਾਂ ਤੇ ਧਰਮ ਕਿਵੇਂ ਕਮਾ ਲਏਗਾ? ਬਾਤ ਤੇ ਫਿਰ ਉੱਥੇ ਆ ਕੇ ਖੜ ਗਈ।
ਹੁਣ ਇਹਨੂੰ ਹੋਰ ਥੋੜਾ ਜਿਹਾ ਨਜ਼ਦੀਕ ਕਰਦਾ ਚੱਲਾਂ। ਅਸੀਂ ਧਰਮ ਅਸਥਾਨ ਬਣਾਏ ਪਤਾ ਕਿਉਂ? ਸੰਸਾਰਕ ਭੱਜ ਦੌੜ ਤੋਂ ਥੱਕਿਆ ਹੋਇਆ ਬੰਦਾ ਜਾਂ ਹਿਰਦੇ ਕਰਕੇ ਬੜਾ ਹੀ ਜ਼ਿਆਦਾ ਅਫਸੋਸ ਵਿੱਚ ਗਰਸਿਆ ਹੋਇਆ ਬੰਦਾ ਧਰਮ ਅਸਥਾਨ ਤੇ ਚੱਲ ਕੇ ਆਵੇ, ਉਹਨੂੰ ਇੱਥੇ ਆ ਕੇ ਸਕੂਨ ਮਿਲੇ। ਅਸੀਂ ਧਰਮ ਅਸਥਾਨ ਇਸ ਕਰਕੇ ਬਣਾਈ ਸੀ ਵੀ ਧਰਮ ਅਸਥਾਨ ਤੇ ਆਵੇ, ਸਾਰੀ ਸੰਸਾਰਕ ਭੱਜ ਦੌੜ ਛੱਡ ਕੇ ਧਰਮ ਅਸਥਾਨ ਤੇ ਆਵੇ, ਕੁਝ ਘੜੀਆਂ ਕੁਝ ਪਲ ਇੱਥੇ ਬੈਠੇ ਸੰਸਾਰਕ ਭੱਜ ਦੌੜ ਇੱਕ ਪਾਸੇ ਰਹਿ ਜਾਏ। ਤੇ ਜਿਹੜਾ ਬੰਦਾ ਸਾਰਾ ਦਿਨ ਦਾ ਉਦਾਸਿਆ ਹੋਇਆ ਮੁਰਝਾਇਆ ਹੋਇਆ, ਉਹ ਜਦੋਂ ਧਰਮ ਅਸਥਾਨ ਤੇ ਚੱਲ ਕੇ ਆਵੇ ਤੇ ਉਹਦਾ ਹਿਰਦਾ ਖਿੜ ਜਾਏ, ਉਹਦਾ ਜਿਹੜੀ ਮੁਰਝਾਹਟ ਹੈ ਉਹ ਖਤਮ ਹੋ ਜਾਏ, ਉਹ ਖਿੜਾਓ ਵਿੱਚ ਆ ਜਾਏ। ਧਰਮ ਅਸਥਾਨ ਤੇ ਅਸੀਂ ਇਸ ਕਰਕੇ ਬਣਾਏ ਸਨ। ਪਰ ਅਫਸੋਸ ਦੀ ਬਾਤ ਇਹ ਵੀ ਹੈ ਵੀ ਨਾ ਤੇ ਅਸੀਂ ਧਰਮ ਅਸਥਾਨ ਤੇ ਆ ਕੇ ਆਪਣੀ ਸੰਸਾਰਕ ਭੱਜ ਦੌੜ ਛੱਡ ਸਕੇ, ਉਹ ਉਸੇ ਤਰ੍ਹਾਂ ਹੀ ਤੁਰੀ ਜਾਂਦੀ ਹੈ। ਤੇ ਨਾ ਹੀ ਅਸੀਂ ਇੱਥੇ ਆ ਕੇ ਆਪਣੀ ਇਕਾਗਰਤਾ ਇੰਨੀ ਕੁ ਰੱਖ ਸਕੇ, ਆਪਣੇ ਆਪ ਨੂੰ ਇੰਨਾ ਕੁ ਇਕਾਗਰ ਕਰ ਸਕੇ ਵੀ ਸਾਡਾ ਮੁਰਝਾਇਆ ਹੋਇਆ ਹਿਰਦਾ ਖਿੜ ਜਾਏ। ਅਸੀਂ ਇਦਾਂ ਦਾ ਵੀ ਨਹੀਂ ਕਮਾ ਸਕੇ। ਧਰਮ ਅਸਥਾਨ ਤੇ ਆਏ ਜ਼ਰੂਰ ਅਸੀਂ, ਆਉਣਾ ਮਾੜਾ ਨਹੀਂ ਹੈ, ਆਉਣਾ ਚਾਹੀਦਾ। ਸਾਨੂੰ ਮਰਿਆਦਾ ਸਾਡੀ ਨੇ ਇਹ ਕਿਤੇ ਨਾ ਕਿਤੇ ਜਾ ਕੇ ਸਾਨੂੰ ਸਮਝਾਇਆ, ਮਰਿਆਦਾ ਨੇ ਸਾਨੂੰ ਇਹ ਗੱਲ ਆਖੀ ਹੈ ਵੀ ਸਿੱਖ ਨੇ ਇੱਕ ਦਿਨ ਵਿੱਚ ਇੱਕ ਵਾਰੀ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੀ ਕਰਨੇ ਨੇ। ਤੇ ਜਿੱਥੇ ਗੁਰੂ ਸਾਹਿਬ ਦਾ ਸਰੂਪ ਹੈ ਉਹ ਧਰਮ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਗਤ ਕਰਨੀ ਹੈ, ਤੇ ਜਿੱਥੇ ਸੰਗਤ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਸੁਭਾਵਿਕ ਜਿਹੀ ਗੱਲ ਹੈ ਨਾ ਵੀ ਉਹ ਧਰਮ ਅਸਥਾਨ ਹੈ। ਸਾਨੂੰ ਸਾਡੀ ਮਰਿਆਦਾ ਇਹ ਪ੍ਰੇਰਨਾ ਦਿੰਦੀ ਹੈ। ਪਰ ਨਾਲ ਇਹ ਵੀ ਖਿਆਲ ਰੱਖਿਓ, ਅਸੀਂ ਧਰਮ ਅਸਥਾਨ ਤੇ ਆਏ ਹਾਂ ਧਰਮ ਕਮਾਉਣ ਲਈ। ਅਸੀਂ ਧਰਮ ਅਸਥਾਨ ਤੇ ਆਏ ਹਾਂ ਚੰਗੇ ਗੁਣ ਗ੍ਰਹਿਣ ਕਰਨ ਦੇ ਲਈ, ਚੰਗੇ ਗੁਣਾਂ ਨੂੰ ਸਿੱਖਣ ਦੇ ਲਈ। ਅਸੀਂ ਧਰਮ ਅਸਥਾਨ ਤੇ ਆਏ ਸਾਂ ਆਪਣੀ ਵਿਲ ਪਾਵਰ ਨੂੰ ਵਧਾਉਣ ਵਾਸਤੇ ਵੀ ਮੈਨੂੰ ਅੰਦਰੋਂ ਹੌਸਲਾ ਮਿਲੇ, ਮੇਰਾ ਰੱਬ ਉੱਤੇ ਭਰੋਸਾ ਬੱਝੇ, ਮੇਰਾ ਰੱਬ ਉੱਤੇ ਵਿਸ਼ਵਾਸ ਪੱਕਾ ਹੋ ਜਾਏ। ਧਰਮ ਅਸਥਾਨ ਤੇ ਆਏ ਤਾਂ ਅਸੀਂ ਇਸ ਕਰਕੇ ਸਾਂ। ਪਰ ਅਸੀਂ ਧਰਮ ਸਥਾਨ ਤੇ ਆ ਕੇ ਵੀ ਲੜਾਈ, ਧਰਮ ਸਥਾਨ ਤੇ ਆ ਕੇ ਵੀ ਝਗੜਾ, ਧਰਮ ਸਥਾਨ ਤੇ ਆ ਕੇ ਰੱਬ ਦੇ ਨਾਂ ਤੇ ਵੀ ਅਸੀਂ ਤੂੰ ਤੇ ਮੈਂ ਕਰਕੇ ਬੈਠ ਗਏ। ਤੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਰੱਬ ਮੈਨੂੰ, ਜਦੋਂ ਮੈਂ ਤੁਰਿਆ ਨਾ ਧਰਮ ਅਸਥਾਨ ਤੇ, ਮੇਰੇ ਮਨ 'ਚ ਵੀ ਕਹਿੰਦੇ ਭਰਮ ਸੀ ਵੀ ਰੱਬ ਇੱਕ ਅਸਥਾਨ ਦੇ ਉੱਤੇ ਸੀਮਤ ਹੈ। ਕਹਿੰਦੇ ਮੈਂ ਤੁਰਿਆ ਜਾਂਦਾ ਤੇ ਰੱਬ ਮੈਨੂੰ ਰਾਹ 'ਚ ਮਿਲ ਪਿਆ ਵੀ ਤੈਨੂੰ ਕਿਹਨੇ ਕਿਹਾ ਮੈਂ ਇੱਕੋ ਥਾਂ ਤੇ ਬੈਠਾ। ਤੂੰ ਇਹ ਗੱਲ ਦੱਸ ਸੱਜਣਾ, ਦਿਲ ਮੈਂ ਕਪਟ ਨਿਵਾਜ਼ ਗੁਜ਼ਾਰੋ, ਕਿਆ ਹਜ ਕਾਬੇ ਜਾਏ। ਭਗਤ ਕਬੀਰ ਸਾਹਿਬ ਜੀ ਦਾ ਹੀ ਪਾਵਨ ਬਚਨ ਕਹਿੰਦੇ, ਜੇ ਤੂੰ ਦਿਲ ਵਿੱਚ ਆਪਣੇ ਕਪਟ ਰੱਖ ਕੇ ਬੈਠਾ ਤੇ ਗੁਜ਼ਾਰਨ ਕੀ ਲੱਗਾ, ਨਿਵਾਜ ਕਰਨ ਕੀ ਲੱਗਾ, ਆਪਣੇ ਧਰਮ ਮੁਤਾਬਕ ਧਾਰਮਿਕ ਗ੍ਰੰਥ ਦਾ ਪਾਠ ਕਰਨ ਲੱਗਾ। ਤੂੰ ਦਿਲ 'ਚ ਤੇਰੇ ਕਪਟ ਭਰਿਆ ਪਿਆ, ਫਰੇਬ ਭਰਿਆ ਪਿਆ। ਤੇ ਜੇ ਦਿਲ ਮੈਂ ਕਪਟ ਨਿਵਾਜ਼ ਗੁਜ਼ਾਰੋ ਕਿਆ ਹਜ ਕਾਬੇ ਜਾਏ। ਤੂੰ ਦੱਸ ਹਜ ਕਰਕੇ ਉੱਥੇ ਕਾਬੇ ਜਾ ਕੇ ਹਜ ਕੀ ਕਰਕੇ ਖੱਟ ਲੇਗਾ, ਕੀ ਖੱਟੇਗਾ ਤੇ ਕੀ ਕਮਾਵੇਂਗਾ ਤੂੰ? ਕਪਟ ਤੇ ਤੇਰੇ ਅੰਦਰ ਭਰਿਆ ਪਿਆ। ਤੇ ਇੱਕ ਸੇਮ ਇਸੇ ਤਰ੍ਹਾਂ ਦਾ ਜ਼ਿਕਰ ਫੇਰ ਭਗਤ ਜੀ ਨੇ ਕੀਤਾ ਸੀ, ਕਹਿੰਦੇ ਜੋ ਦਿਲ ਮੈਂ ਕਪਟ ਨਿਵਾਜ਼ ਗੁਜ਼ਾਰੋ ਕਿਆ ਹਜ ਕਾਬੇ ਜਾਇਆ। ਵੀ ਦੱਸ ਤੂੰ ਹਜ ਕਾਬੇ ਜਾ ਕੇ ਕੀ ਖੱਟ ਲੇਗਾ? ਦਿਲ 'ਚ ਤੇ ਕਪਟ ਚੁੱਕੀ ਫਿਰਦਾ, ਦਿਲ ਵਿੱਚ ਤੇ ਤੂੰ ਫਰੇਬ ਚੁੱਕੀ ਫਿਰਦਾ, ਆਸ ਤੂੰ ਚੁੱਕੀ ਬੈਠਾ ਰੱਬ ਨੂੰ ਮਿਲਣ ਦੀ। ਬੰਦੇ ਨੇ ਆਸ ਕਾਹਦੀ ਰੱਖੀ ਹੈ? ਰੱਬ ਨੂੰ ਮਿਲਣ ਦੀ। ਤੇ ਰੱਬ ਨੂੰ ਮਿਲਣ ਵਾਸਤੇ ਕਿੱਥੇ ਚੱਲਿਆ? ਧਰਮ ਸਥਾਨ ਤੇ। ਬਾਬਾ ਫਰੀਦ ਜੀ ਨੂੰ ਕਦੇ ਪੜ੍ਹਿਓ ਤੇ ਬਾਬਾ ਫਰੀਦ ਜੀ ਨੇ ਆਖਿਆ ਸੀ, ਕਹਿੰਦੇ ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ। ਸਭਨਾ ਮਨ ਮਾਨਕ, ਮਨ ਇੱਥੇ ਲਫ਼ਜ਼ ਵਰਤਿਆ ਗਿਆ ਹਿਰਦੇ ਲਈ। ਜਿਹੜੇ ਸਾਰਿਆਂ ਦੇ ਹਿਰਦੇ ਨੇ ਨਾ ਉਹ ਕੀ ਨੇ? ਮਾਨਕ, ਬੜੇ ਕੀਮਤੀ ਮੋਤੀ ਨੇ। ਠਾਹਨ ਮੂਲ ਮਚਾਂਗਵਾ। ਤੇ ਸੱਜਣਾ ਇਸ ਕਰਕੇ ਕੋਸ਼ਿਸ਼ ਕਰੀ ਰਤਾ ਮਾਤਰ ਵੀ ਕਦੇ ਮੰਦਾ ਨਾ ਬੋਲੀ, ਵੀ ਕਿਸੇ ਦੇ ਹਿਰਦੇ ਨੂੰ ਠੇਸ ਵੱਜੇ। ਜੇ ਤੋ ਪ੍ਰਿਆ ਸਿੱਖ, ਜੇ ਤੈਨੂੰ ਆਪਣੇ ਪਿਰ ਨੂੰ ਮਿਲਣ ਦੀ ਸਿੱਖ ਹੈ, ਆਪਣੇ ਪਿਰ ਨੂੰ ਮਿਲਣ ਦੀ ਤਾਂਘ ਹੈ, ਆਪਣੇ ਮਾਲਕ ਨੂੰ ਮਿਲਣ ਦੀ ਇੱਛਾ ਹੈ, ਹਿਆਉ ਨਾ ਠਾਹੇ ਕਹੀਂ ਦਾ।
ਤੇ ਆਪਣੀ ਜ਼ੁਬਾਨ ਤੋਂ ਕੁਝ ਏਦਾਂ ਦਾ ਨਾ ਬੋਲੀ ਕਿ ਕਿਸੇ ਦਾ ਹਿਰਦਾ ਟੁੱਟ ਜਾਏ। ਰੱਬ ਦੇ ਘਰਾਂ ਨੂੰ ਤੋੜ ਕੇ ਤੂੰ ਰੱਬ ਨੂੰ ਲੱਭਣ ਚੱਲੇ ਹੈ। ਕਿੱਡੀ ਹੈਰਾਨੀ ਦੀ ਗੱਲ ਹੈ। ਕਿਸੇ ਬੰਦੇ ਨੂੰ ਆਪਾਂ ਮਿਲਣਾ ਹੋਵੇ ਤੇ ਆਪਾਂ ਉਹਦੇ ਘਰੇ ਜਾਵਾਂਗੇ ਕਿ ਉਹਦਾ ਘਰ ਹੀ ਤੋੜ ਦਾਂਗੇ ਵੀ ਮੈਂ ਤੈਨੂੰ ਮਿਲਣ ਆਇਆ, ਤੇਰਾ ਘਰ ਤੋੜ ਕੇ ਮਿਲਾਂਗਾ ਤੈਨੂੰ? ਏਦਾਂ ਤਾਂ ਨਹੀਂ ਹੋਏਗਾ ਨਾ। ਜੇ ਅਸੀਂ ਕਿਸੇ ਨੂੰ ਮਿਲਣ ਚੱਲੇ ਆ ਜਾਂ ਕਿਸੇ ਨੂੰ ਮਿਲਣ ਵਾਸਤੇ ਸਾਡੇ ਮਨ 'ਚ ਇੱਛਾ ਹੈ ਤੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਵੀ ਉਹਦੇ ਕੋਲ ਜਾਈਏ, ਉਹਦਾ ਸਨਮਾਨ ਕਰੀਏ, ਉਹਦੀ ਰਿਸਪੈਕਟ ਕਰੀਏ, ਉਹਨੂੰ ਮਿਲੀਏ ਭਾਈ। ਤੇ ਉਹਦੇ ਘਰ ਦੇ ਵਿੱਚ ਜਾ ਕੇ ਅਸੀਂ ਕੋਈ ਗਿਫਟ ਲੈ ਕੇ ਚੱਲੀਏ, ਕੋਈ ਤੋਹਫਾ ਲੈ ਕੇ ਚੱਲੀਏ ਜਿਹੜਾ ਅਸੀਂ ਉਹਨੂੰ ਸਮਰਪਿਤ ਕਰਨਾ, ਉਹਨੂੰ ਦੇਣਾ। ਅਸੀਂ ਉਹਨੂੰ ਮਿਲਣਾ ਹੈ ਭਾਈ, ਉਹ ਵੱਡਾ ਸਾਡੇ ਤੋਂ। ਤੇ ਹੁਣ ਬੰਦਾ ਰੱਬ ਨੂੰ ਮਿਲਣ ਚੱਲਿਆ। ਰੱਬ ਨੂੰ ਮਿਲਣ ਦੇ ਲਈ ਚਾਹੀਦਾ ਤੇ ਇਹ ਸੀ ਵੀ ਮੈਂ ਜਾਵਾਂ ਉਹਦੇ ਘਰ ਵਿੱਚ ਤੇ ਇੱਕ ਤੋਹਫਾ ਲੈ ਕੇ ਜਾਵਾਂ ਵੀ ਲੈ ਰੱਬਾ ਮੈਂ ਤੇਰੇ ਲਈ ਆ ਤੋਹਫਾ ਲੈ ਕੇ ਆਇਆ, ਤੈਨੂੰ ਮਿਲਣ ਆਇਆ ਮੈਂ। ਚਾਹੀਦਾ ਤੇ ਇਦਾਂ ਸੀ। ਪਰ ਬੰਦੇ ਨੇ ਕੀ ਕੀਤਾ, ਜਿਹੜੇ ਘਰ 'ਚ ਰੱਬ ਰਹਿੰਦਾ ਨਾ ਉਹ ਘਰ ਹੀ ਤੋੜੀ ਜਾਂਦਾ ਹੈ ਤੇ ਘਰ ਤੋੜ ਕੇ ਕਹਿੰਦਾ ਮੈਂ ਰੱਬ ਨੂੰ ਮਿਲਣ ਆਇਆ। ਚਾਹੇ ਬਾਹਰੀ ਤੌਰ ਤੇ ਕਹਿ ਲਓ ਤੇ ਚਾਹੇ ਮਨਾ ਕਰਕੇ ਕਹਿ ਲਓ। ਬਾਹਰੀ ਤੌਰ ਤੇ ਵੀ ਧਰਮ ਸਥਾਨਾਂ ਨੂੰ ਤੋੜਨ ਲੱਗਿਆ ਕਿੰਨਾ ਕੁ ਗੁਰੇਜ ਕਰ ਲਿਆ। ਇੱਕ ਧਾਰਮਿਕ ਬੰਦਾ ਦੂਜੇ ਧਰਮ ਅਸਥਾਨ ਨੂੰ ਢਾਉਣ ਤੁਰਿਆ ਜਾਂਦਾ ਹੈ। ਅਸੀਂ ਉਧਰਲੇ ਪਾਸਿਓਂ ਵੀ ਗੁਰੇਜ ਨਹੀਂ ਕੀਤਾ। ਬਾਹਰੀ ਤੌਰ ਤੇ ਵੀ ਧਰਮ ਸਥਾਨ ਢਾਏ ਤੇ ਦੂਜੇ ਪਾਸੇ ਮਨ ਤੇ ਅਸੀਂ ਕਿਸੇ ਦੇ ਛੱਡੇ ਹੀ ਨਹੀਂ ਨਾ। ਹਿਰਦਾ ਕਿਹਦਾ ਛੱਡਿਆ ਸੀ? ਹਿਰਦਾ ਤੇ 1 ਮਿੰਟ ਲਾਈਦਾ ਸੀ, ਵਲੂੰਦਰ ਕੇ ਰੱਖ ਦੀਦਾ। ਹਿਰਦਾ ਸਾਰਾ ਤੋੜ ਕੇ ਰੱਖ ਦੀਦਾ। ਤੇ ਬਾਬਾ ਫਰੀਦ ਜੀ ਕਹਿੰਦੇ ਚੱਲਿਆ ਕਿੱਥੇ ਆ? ਕਹਿੰਦੇ ਸੀ ਰੱਬ ਲੱਭਣ ਚੱਲਿਆ, ਮੈਂ ਰੱਬ ਨੂੰ ਮਿਲਣ ਚੱਲਿਆ। ਤੇ ਬਾਬਾ ਫਰੀਦ ਜੀ ਨੇ ਆਖਿਆ ਸੀ, ਕਹਿੰਦੇ ਸੱਜਣਾ ਜੇ ਰੱਬ ਨੂੰ ਮਿਲਣਾ ਨਾ ਤੇ ਫਿਰ ਇੱਕ ਖਿਆਲ ਰੱਖੀ, ਜੇ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਂਦਾ। ਆਪਣੀ ਜ਼ੁਬਾਨ ਤੋਂ ਏਦਾਂ ਨਾ ਬੋਲੀ ਕਿ ਕਿਸੇ ਦਾ ਹਿਰਦਾ ਟੁੱਟ ਜਾਏ। ਉਹ ਰੱਬ ਦਾ ਘਰ ਹੈ ਸਭ ਤੋਂ ਚੰਗਾ। ਇਸੇ ਕਰਕੇ ਮੈਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ। ਭਗਤ ਸਾਹਿਬ ਦਾ ਇੱਕ ਬਚਨ ਰੱਖਿਆ ਸੀ ਕਬੀਰ ਜੀ ਦਾ, ਜਿੱਥੇ ਉਹਨਾਂ ਕਿਹਾ ਸੀ, ਦਿਲ ਮੈਂ ਖੋਜ ਦਿਲ ਦਿਲ ਖੋਜੋ ਇਹੀ ਠੌਰ ਮੁਕਾਮ। ਸਭ ਤੋਂ ਚੰਗਾ ਮੁਕਾਮ ਰੱਬ ਦਾ ਤੇਰਾ ਹਿਰਦਾ, ਤੇਰਾ ਦਿਲ। ਜੇ ਤੇਰੇ ਦਿਲ ਤੇ ਠੋਕਰ ਵੱਜੇ, ਤੇਰੇ ਦਿਲ ਤੇ ਠੇਸ ਵੱਜੇ, ਤੈਨੂੰ ਤਕਲੀਫ ਹੁੰਦੀ ਹੈ ਤੇ ਸੱਜਣਾ ਸੋਚ ਕੇ ਰੱਖ, ਦੂਜੇ ਦਾ ਹਿਰਦਾ ਵੀ ਇਦਾਂ ਦਾ ਹੀ ਹੈ। ਜੇ ਤੂੰ ਬੋਲੇਗਾ ਠੇਸ ਤੇ ਉਹਨੂੰ ਵੀ ਵੱਜੇਗੀ। ਜੇ ਕੋਈ ਤੇਰੇ ਖਿਲਾਫ ਬੋਲੇ ਜਾਂ ਤੇਰੇ ਅਨੁਸਾਰ ਨਾ ਬੋਲੇ, ਤੂੰ ਕਹਿਣਾ ਇਹਨੇ ਮੇਰੀ ਇਨਸਲਟ ਕੀਤੀ, ਮੇਰਾ ਹਿਰਦਾ ਤੋੜ ਕੇ ਰੱਖਤਾ, ਤੇ ਸੱਜਣਾ ਜੇ ਤੂੰ ਬੋਲੇਗਾ ਤੇ ਦੂਜੇ ਨੂੰ ਵੀ ਤੇ ਉਸੇ ਤਰ੍ਹਾਂ ਹੀ ਹੈ ਨਾ। ਤੂੰ ਦੂਜੇ ਦੀ ਇਨਸਲਟ ਕਰ ਰਿਹਾ, ਦੂਜੇ ਦਾ ਹਿਰਦਾ ਤੋੜ ਰਿਹਾ, ਤੂੰ ਕਿੱਡਾ ਕੁ ਖੁਸ਼ ਹੋ ਜਾਏਗਾ? ਤੈਨੂੰ ਕੋਈ ਕਹਿੰਦਾ, ਤੂੰ ਅਗਲੇ ਨੂੰ ਆਪਣੇ ਮਨ ਹੀ ਮਨ ਪਤਾ ਨਹੀਂ ਕਿੰਨੇ ਮੰਦੇ ਬਚਨ ਬੋਲਦਾ ਵੀ ਤੇਰਾ ਕੱਖ ਨਾ ਰਹੇ, ਤੇਰਾ ਸਾਰਾ ਕੁਝ ਉੱਜੜ ਜਾਏ। ਤੇ ਸੱਜਣਾ ਜਿੱਦਣ ਤੂੰ ਬੋਲਣ ਲੱਗਿਆ ਕਿਸੇ ਨੂੰ, ਉਦਣ ਖਿਆਲ ਕਰੀ ਅਗਲਾ ਵੀ ਹਿਰਦੇ ਵਿੱਚ ਇਸੇ ਤਰ੍ਹਾਂ ਹੀ ਕਹਿੰਦਾ ਹੋਏਗਾ ਜਿੱਦਾਂ ਤੂੰ ਆਖਦਾ ਸੀ। ਅੱਜ ਭਗਤ ਕਬੀਰ ਸਾਹਿਬ ਨੇ ਬੜਾ ਪਿਆਰਾ ਜ਼ਿਕਰ ਕੀਤਾ। ਕਹਿੰਦੇ ਕਬੀਰ ਹਜ ਕਾਬੈ ਹਉ ਜਾਏ ਥਾ। ਮੈਂ ਚੱਲਿਆ ਸੀ ਹਜ ਕਰਨ ਵਾਸਤੇ ਕਾਬੇ ਵਿੱਚ, ਤੇ ਜਦੋਂ ਜਾ ਰਿਹਾ ਸੀ ਨਾ ਆਗੇ ਮਿਲਿਆ ਖੁਦਾਏ, ਮੈਨੂੰ ਅੱਗੋਂ ਹੀ ਖੁਦਾ ਮਿਲ ਪਿਆ ਤੇ ਉਹਨੇ ਮੇਰੇ ਨਾਲ ਲੜ ਪਿਆ। ਉਹ ਲੜਿਆ ਇਸ ਕਰਕੇ ਉਹਨੇ ਇਹ ਆਖਿਆ, ਉਹ ਇਹ ਨਾ ਤੂੰ ਸੋਚ ਮੈਂ ਇੱਕੋ ਥਾਂ ਤੇ ਐ, ਤੂੰ ਜਿੱਥੇ ਮਰਜ਼ੀ ਬਹਿ ਕੇ ਮੈਨੂੰ ਚੇਤੇ ਕਰ ਲਾ, ਬਸ ਤੇਰੇ ਹਿਰਦੇ ਵਿੱਚ ਸ਼ੁੱਧਤਾ ਹੋਣੀ ਚਾਹੀਦੀ ਹੈ, ਤੇਰੇ ਹਿਰਦੇ ਵਿੱਚ ਕਪਟ ਨਾ ਹੋਵੇ, ਤੇਰੇ ਹਿਰਦੇ ਵਿੱਚ ਫਰੇਬ ਨਾ ਹੋਵੇ। ਬਸ ਜਦੋਂ ਫਰੇਬ ਰਹਿਤ ਹੋ ਕੇ ਚੇਤੇ ਕਰੇਗਾ, ਤੈਨੂੰ ਉੱਥੇ ਹੀ ਮਿਲ ਪਾਂਗਾ ਜਿੱਥੇ ਬਹਿ ਕੇ ਚੇਤੇ ਕਰੇਗਾ। ਧਰਮ ਅਸਥਾਨਾਂ ਤੇ ਅਸੀਂ ਆਏ ਸਾਂ ਵੀ ਇੱਥੇ ਸਾਰੇ ਇੱਕੋ ਜਿਹੇ ਬੈਠੇ ਨੇ, ਸੰਗਤ ਵਿੱਚ ਬੈਠੇ ਆ, ਸਾਨੂੰ ਪ੍ਰੇਰਨਾ ਮਿਲੇਗੀ, ਸਾਡਾ ਹਿਰਦਾ ਹੋਰ ਉਤਸ਼ਾਹਿਤ ਹੋਏਗਾ ਰੱਬ ਨਾਲ ਜੁੜਨ ਦਾ। ਪਰ ਅਸੀਂ ਕਪਟ ਜਿਹੜਾ ਉਹ ਆਪਣੇ ਹਿਰਦਿਆਂ ਤੋਂ ਛੱਡ ਨਹੀਂ ਸਕੇ, ਜਿਹਦੇ ਕਰਕੇ ਖਿਮਾ ਕਰਿਓ ਮੈਂ ਬਚਨ ਵਰਤਨ ਲੱਗਿਆ ਕਿ ਅਸੀਂ ਧਰਮ ਅਸਥਾਨਾਂ ਤੇ ਆ ਕੇ ਵੀ ਰੱਬ ਤੋਂ ਵਾਂਝੇ ਤੇ ਸਖਣੇ ਰਹਿ ਗਏ। ਕਿਉਂਕਿ ਸਾਡੇ ਹਿਰਦਿਆਂ ਦੇ ਕਪਟ ਨਹੀਂ ਨਾ ਖਤਮ ਹੋਏ ਅਜੇ ਤੱਕ, ਫਰੇਬ ਹੀ ਨਹੀਂ ਮੁੱਕੇ। ਅਸੀਂ ਤੇ ਧਰਮ ਸਥਾਨ ਤੇ ਵੀ ਆ ਕੇ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਦੂਜੇ ਨੂੰ ਮਾੜਾ ਵਿਖਾਉਣ ਦਾ ਯਤਨ ਕਰਦੇ ਹਾਂ, ਤੇ ਕਿੱਥੋਂ ਅਸੀਂ ਰੱਬ ਨੂੰ ਹਾਸਲ ਕਰ ਜਾਾਂਗੇ। ਖੈਰ ਭਗਤ ਜੀ ਨੇ ਜ਼ਿਕਰ ਕੀਤਾ ਪਹਿਲਾ ਜਿਹੜਾ ਸ਼ਲੋਕ ਅੱਜ ਬਖਸ਼ਿਸ਼ ਕੀਤਾ, ਕਹਿੰਦੇ ਰੱਬ ਵੀ ਮੇਰੇ ਨਾਲ ਲੜ ਪਿਆ ਆ ਕੇ, ਉਹ ਮੇਰੇ ਨਾਲ
ਕਹਿ ਲੋ ਵੀ ਗੁੱਸੇ ਹੋਇਆ, ਮੈਨੂੰ ਗੁੱਸੇ ਇਸ ਕਰਕੇ ਹੋਇਆ, ਉਹ ਕਹਿੰਦੇ ਕਿਉਂ ਮੂਰਖਾਂ ਵਾਲੇ ਕੰਮ ਕਰੀ ਜਾਂਦਾ ਹੈ, ਉਹ ਤੈਨੂੰ ਕਿਹਨੇ ਕਿਹਾ ਵੀ ਮੈਂ ਇੱਕ ਥਾਂ ਤੇ ਬੈਠਾ, ਤੂੰ ਜਿਹੜੇ ਮਰਜ਼ੀ ਸਥਾਨ ਤੇ ਚਲਾ ਜਾ, ਮੈਂ ਤੈਨੂੰ ਉੱਥੋਂ ਹੀ ਮਿਲ ਜਾਵਾਂਗਾ, ਪਰ ਆਪਣਾ ਹਿਰਦਾ ਜਿਹੜਾ ਇਹਨੂੰ ਸ਼ੁੱਧ ਤੇ ਸਪਸ਼ਟ ਰੱਖੀ, ਹਿਰਦਾ ਮੈਲ ਤੋਂ ਰਹਿਤ ਰੱਖੀ, ਤੇਰੇ ਹਿਰਦੇ ਵਿੱਚ ਕਪਟ ਨਾ ਹੋਵੇ। ਕਬੀਰ ਹਜ ਕਾਬੈ ਹੋਏ ਹੋਏ ਗਿਆ, ਕੀਤੀ ਬਾਰ ਕਬੀਰ। ਕਹਿੰਦੇ ਮੈਂ ਹੱਜ ਕਰਨ ਵਾਸਤੇ ਕਾਬੇ ਗਿਆ ਤੇ ਬੜੀ ਵਾਰ ਗਿਆ, ਇੱਕ ਵਾਰ ਨਹੀਂ, ਪਤਾ ਹੀ ਨਹੀਂ ਕਿੰਨੀ ਕੁ ਵਾਰੀ ਗਿਆ। ਕਬੀਰ ਹੱਜ ਕਾਬੇ ਹੋਏ ਹੋਏ ਗਿਆ, ਪਰਤ ਕੇ ਗਿਆ ਮੈਂ, ਕਿੱਥੇ? ਕਾਬੇ ਹੱਜ ਕਰਨ ਵਾਸਤੇ। ਕਿੱਥੇ ਗਿਆ? ਧਰਮ ਅਸਥਾਨ ਤੇ। ਕੀ ਕਰਨ ਲਈ? ਆਪਣੇ ਧਰਮ ਦੇ ਮੁਤਾਬਕ, ਆਪਣੇ ਧਰਮ ਦੇ ਗ੍ਰੰਥ ਦਾ ਪਾਠ ਕਰਨ ਦੇ ਲਈ, ਜਾਂ ਧਾਰਮਿਕ ਜਿਹੜੇ ਸ਼ਬਦ ਨੇ ਉਹਨਾਂ ਨੂੰ ਪੜ੍ਹਨ ਦੇ ਲਈ। ਕੋਈ ਕਿਉਂਕਿ ਅਲੱਗ-ਅਲੱਗ ਤਰੀਕਾ ਨਾ, ਉਹ ਜਿਹੜੇ ਮੁਸਲਮਾਨ ਵੀਰ ਨੇ ਉਹਨਾਂ ਨੇ ਹੱਜ ਕਰਨੀ ਹੈ, ਨਮਾਜ਼ ਪੜ੍ਹਨੀ ਉਹਨਾਂ ਨੇ, ਤੇ ਜਿਹੜੇ ਹਿੰਦੂ ਵੀਰ ਨੇ ਉਹਨਾਂ ਨੇ ਆਰਤੀ ਕਰਨੀ, ਪੂਜਾ ਕਰਨੀ, ਤੇ ਜੇ ਅਸੀਂ ਆਪਣੇ ਧਰਮ ਦੀ ਗੱਲ ਕਰਾਂਗੇ ਅਸੀਂ ਬਾਣੀ ਪੜ੍ਹਨੀ, ਪਾਠ ਕਰਨਾ, ਇਹ ਚੀਜ਼ਾਂ ਸਾਰੀਆਂ। ਹੁਣ ਇੱਥੇ ਅਸੀਂ ਕਿਉਂਕਿ ਸਾਂਝੀਵਾਲਤਾ ਦੀ ਗੱਲ ਹੈ ਤੇ ਅਸੀਂ ਇਹੀ ਕਵਾਂਗੇ ਵੀ ਧਰਮ ਅਸਥਾਨ ਤੇ ਗਏ, ਤੇ ਧਰਮ ਅਸਥਾਨ ਤੇ ਜਾਣ ਕਾਦੇ ਲਈ ਗਏ? ਅਸੀਂ ਆਪਣੇ ਆਪਣੇ ਧਰਮ ਮੁਤਾਬਕ ਪਾਠ ਕਰਨ ਲਈ, ਬਾਣੀ ਪੜਨ ਲਈ, ਆਰਤੀ ਕਰਨ ਦੇ ਲਈ, ਨਵਾਜ਼ ਗੁਜ਼ਾਰਨ ਦੇ ਲਈ, ਏਦਾਂ ਆਪਣੇ ਆਪਣੇ ਧਰਮ ਮੁਤਾਬਕ। ਕਹਿੰਦੇ ਕਈ ਵਾਰੀ ਗਏ, ਇੱਕ ਵਾਰੀ ਨਹੀਂ, ਕਈ ਵਾਰੀ। ਹੱਜ ਕਾਬੇ ਹੋਏ ਹੋਏ ਗਿਆ, ਕੀਤੀ ਬਾਰ ਕਬੀਰ, ਬੜੀ ਵਾਰੀ ਕਹਿੰਦੇ ਚੱਲ ਕੇ ਮੈਂ ਆਪਣੇ ਧਰਮ ਅਸਥਾਨਾਂ ਤੇ ਗਿਆ। ਸਾਈ ਮੁਝ ਮਹਿ ਕਿਆ ਖਤਾ, ਮੁਖ ਹੋਣਾ ਬੋਲੇ ਪੀਰ। ਤੇ ਜਿੰਨੂੰ ਕਹਿੰਦੇ ਮੈਂ ਮਿਲਣ ਜਾਂਦਾ ਸੀ ਉਹਨੇ ਮੈਨੂੰ ਬੁਲਾਇਆ ਵੀ ਨਹੀਂ। ਕਿੱਡੀ ਹੈਰਾਨੀ ਦੀ ਗੱਲ ਹੈ ਵੀ ਮੈਂ ਕਿਸੇ ਦੇ ਘਰੇ ਜਾਵਾਂ, ਕਿਸੇ ਪਰਸਨ ਨੂੰ ਮਿਲਣ ਵਾਸਤੇ ਉਹਦੇ ਘਰੇ ਜਾ ਕੇ ਮੈਂ ਸਾਰਾ ਵੇਖ ਆਵਾਂ, ਉਹਦਾ ਘਰ, ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਮਿਲ ਆਵਾਂ, ਤੇ ਜਿਹਨੂੰ ਮਿਲਣ ਗਿਆ ਸੀ ਉਹ ਬੁਲਾਵੇ ਵੀ ਨਾ, ਤੇ ਸਾਡਾ ਜਾਣਾ ਸਫਲ ਹੈ? ਆਪਾਂ ਕਿਸੇ ਦੇ ਘਰੇ ਚੱਲ ਕੇ ਜਾਈਏ, ਉਹਦੇ ਘਰੇ ਗਏ, ਜਿਸ ਪਰਸਨ ਨੂੰ ਅਸੀਂ ਜਾਣਦੇ ਸਾਂ, ਜਿਹਨੂੰ ਮਿਲਣ ਲਈ ਚੱਲੇ ਆ, ਉਹਦੇ ਘਰ 'ਚ ਜਾ ਕੇ ਉਹਦਾ ਸਾਰਾ ਘਰ ਵੀ ਵੇਖ ਲਈਏ ਵੀ ਘਰ ਬੜਾ ਸੋਹਣਾ ਬਣਿਆ, ਉਹ ਤੋਂ ਬਾਅਦ 'ਚ ਉਹਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲ ਲਈਏ ਵੀ ਆ ਉਹਦੇ ਘਰੋਂ ਨੇ, ਇਹ ਉਹਦੇ ਬੱਚੇ ਨੇ, ਇਹ ਉਹਦੇ ਭਰਾ ਨੇ, ਤੇ ਇਹ ਉਹਦੇ ਮਾਤਾ ਪਿਤਾ, ਸਾਰੇ ਪਰਿਵਾਰ ਨੂੰ ਵੀ ਮਿਲ ਲਈਏ। ਤੇ ਜਿਹਨੂੰ ਮਿਲਣ ਲਈ ਗਏ ਸਾਂ ਨਾ ਉਹ ਮਿਲੇ ਤੇ ਨਾ ਸਾਨੂੰ ਬੁਲਾਵੇ, ਤੇ ਕੀ ਸਾਡਾ ਜਾਣਾ ਸਫਲ ਹੈ? ਸਾਡਾ ਜਾਣਾ ਕਿਸੇ ਲਾਹੇ ਦਾ ਹੈ? ਕਿਉਂਕਿ ਜਿਹਨੂੰ ਮਿਲਣ ਗਏ ਸਾਂ ਉਹ ਤੇ ਮਿਲਿਆ ਕੋਈ ਨਹੀਂ, ਤੇ ਜੇ ਅੱਜ ਜਾਣਾ ਲਾਹੇ ਦਾ ਨਹੀਂ, ਇਹਦਾ ਮਤਲਬ ਸਾਨੂੰ ਕੱਲ ਨੂੰ ਫਿਰ ਦੁਬਾਰਾ ਜਾਣਾ ਪੈਣਾ, ਕਿਉਂਕਿ ਉਹ ਮਿਲਿਆ ਨਹੀਂ। ਭਾਈ ਮੈਂ ਦੁਬਾਰਾ ਮਿਲਣ ਜਾਵਾਂਗਾ ਉਹਨੂੰ। ਤੇ ਭਗਤ ਜੀ ਕਹਿੰਦੇ ਬੰਦਾ ਧਰਮ ਸਥਾਨ ਤੇ ਜਾਂਦਾ ਰੱਬ ਨੂੰ ਮਿਲਣ ਵਾਸਤੇ, ਰੱਬ ਨਾਲ ਵਿਚਾਰ ਕਰਨ ਲਈ, ਰੱਬ ਨਾਲ ਗੱਲਾਂ ਕਰਨ ਲਈ, ਰੱਬ ਨਾਲ ਬਾਤਾਂ ਕਰਨ ਦੇ ਲਈ। ਤੇ ਧਰਮ ਸਥਾਨ ਤੇ ਗਿਆ। ਹੁਣ ਧਰਮ ਸਥਾਨ ਤੇ ਜਾ ਕੇ ਇਹਨੇ ਧਰਮ ਸਥਾਨ ਵੀ ਵੇਖ ਲਿਆ, ਵੇਖਿਆ ਨਾ ਧਰਮ ਸਥਾਨ, ਪਹਿਲੋਂ ਚੰਗੀ ਤਰ੍ਹਾਂ ਕਿਹੜੀ ਜਗ੍ਹਾ ਕਿੱਥੇ ਹੈ, ਕਿਹੜਾ ਸਥਾਨ ਕਿੱਥੇ, ਉਹਨੂੰ ਚੰਗੀ ਤਰ੍ਹਾਂ ਵੇਖਿਆ। ਵੇਖਣ ਤੋਂ ਬਾਅਦ ਚ ਫਿਰ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਿਆ। ਪਰਿਵਾਰਕ ਮੈਂਬਰਾਂ ਤੋਂ ਭਾਵ ਕੀ? ਵੀ ਧਰਮ ਸਥਾਨ ਤੇ ਜਿਹੜੇ ਨੇੜੇ ਨੇੜੇ ਰਹਿੰਦੇ ਸਨ, ਸੇਵਾਦਾਰ ਸਨ ਜਿਹੜੇ, ਉਹਨਾਂ ਸਾਰਿਆਂ ਨੂੰ ਮਿਲਿਆ। ਭਾਈ ਆਹ ਸਾਰੇ ਇੱਥੇ ਸੇਵਾ ਕਰਨ ਵਾਲੇ ਨੇ। ਤੇ ਜਿਹਨੂੰ ਮਿਲਣਾ ਹੈ ਅਸੀਂ, ਉਹ ਮਿਲਿਆ ਵੀ ਕੋਈ ਨਹੀਂ ਤੇ ਉਹਨੇ ਬੁਲਾਇਆ ਵੀ ਕੋਈ ਨਹੀਂ, ਤੇ ਕੀ ਸਾਡਾ ਆਇਆ ਸਫਲ ਹੈ? ਚਾਹੀਦਾ ਤੇ ਇਹ ਸੀ ਅਸੀਂ ਧਰਮ ਸਥਾਨ ਤੇ ਆਉਂਦੇ ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਪਹੁੰਚੇ, ਸਾਡੀ ਬਿਰਤੀ ਇੰਨੀ ਕੁ ਸਾਫ਼ ਹੁੰਦੀ, ਇੰਨੀ ਕੁ ਸੁਥਰੀ ਹੁੰਦੀ, ਇੰਨੀ ਕੁ ਚੰਗੀ ਹੁੰਦੀ ਵੀ ਪਹਿਲੋਂ ਰੱਬ ਆਵਾਜ਼ ਮਾਰ ਕੇ ਕਹਿੰਦਾ ਆ ਜਾ ਸੱਜਣਾ, ਤੈਨੂੰ ਮਿਲਣ ਲਈ ਹੀ ਬੈਠਾ। ਚਾਹੀਦਾ ਤੇ ਇਦਾਂ ਸੀ। ਫਿਰ ਤੇ ਅਸੀਂ ਕਹਿੰਦੇ ਵੀ ਸਾਡਾ ਆਉਣਾ ਸਫਲ ਹੈ, ਕਿਉਂਕਿ ਸਾਡਾ ਹਿਰਦਾ ਸੁਥਰਾ, ਸਾਡੀ ਵਿਚਾਰ ਸੁਥਰੀ ਹੈ, ਸਾਡਾ ਜੀਵਨ ਬੜਾ ਸਾਫ਼ ਹੈ, ਤੇ ਅਸੀਂ ਮਨ ਕਰਕੇ ਬੜੇ ਸਪਸ਼ਟ ਹਾਂ, ਕੋਈ ਮਨ ਵਿੱਚ ਸਾਡੇ ਫਰੇਬ ਨਹੀਂ। ਤੇ ਰੱਬ ਨੇ ਆਪ ਆਵਾਜ਼ ਮਾਰ ਕੇ ਆਖਿਆ ਸੱਜਣਾ ਤੈਨੂੰ ਮਿਲਣ ਲਈ ਹੀ ਬੈਠਾ। ਫਿਰ ਤੇ ਸਾਡਾ ਆਉਣਾ ਸੀ ਸਫਲ।
ਪਰ ਭਗਤ ਜੀ ਕਹਿੰਦੇ ਮੈਂ ਬੜੀ ਵਾਰੀ ਗਿਆ ਤੇ ਬਾਅਦ ਚ ਮੈਨੂੰ ਅਫਸੋਸ ਇਸ ਗੱਲ ਦਾ ਹੋਇਆ, ਫਿਰ ਮੈਨੂੰ ਪੁੱਛਣਾ ਪੈ ਗਿਆ, ਸਾਈਂ ਮੁਝ ਮੈਂ ਕਿਆ ਖਤਾ। ਉਹ ਮੇਰੇ ਮਾਲਕਾ ਮੈਨੂੰ ਇਹ ਤੇ ਦੱਸ ਵੀ ਮੇਰੀ ਭੁੱਲ ਕੀ ਹੈ, ਮੇਰੀ ਗਲਤੀ ਕੀ ਹੈ। ਮੁਖੋਂ ਨਾ ਬੋਲੇ ਪੀਰ, ਤੂੰ ਬੋਲਦਾ ਹੀ ਨਹੀਂ ਮੇਰੇ ਨਾਲ, ਤੂੰ ਮੇਰੇ ਨਾਲ ਵਿਚਾਰ ਹੀ ਨਹੀਂ ਕਰਦਾ। ਮੇਰੇ ਚ ਖਤਾ ਕੀ ਹੈ, ਮੇਰੀ ਭੁੱਲ ਕੀ ਹੈ? ਭੁੱਲ ਹੀ ਹੈ ਨਾ ਵੀ ਹਿਰਦੇ ਚ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ। ਇਦੋਂ ਵੱਡੀ ਭੁੱਲ ਤੇ ਕੋਈ ਨਹੀਂ ਨਾ, ਕਿਉਂਕਿ ਸੰਸਾਰ ਨੂੰ ਇਹਨਾਂ ਚੀਜ਼ਾਂ ਨਾਲ ਰਝਾਇਆ ਜਾ ਸਕਦਾ ਵੀ ਮੈਂ ਜ਼ੁਬਾਨ ਤੋਂ ਕੁਝ ਬੋਲੀ ਜਾਵਾਂ, ਮਨ ਵਿੱਚ ਮੇਰੇ ਜੋ ਮਰਜ਼ੀ ਹੋਵੇ, ਦੁਨੀਆ ਨੂੰ ਕੀ ਪਤਾ। ਪਰ ਰੱਬ ਨੂੰ ਥੋੜੀ ਰਝਾ ਲਾਂਗੇ ਅਸੀਂ ਜਾ ਕੇ, ਰੱਬ ਨੂੰ ਕਵਾਂਗੇ ਲੈ ਰੱਬਾ ਤੂੰ ਬਹੁਤ ਚੰਗਾ ਹੈ, ਤੂੰ ਸਾਡੇ ਉੱਤੇ ਬੜੇ ਉਪਕਾਰ ਕੀਤੇ ਨੇ, ਤੂੰ ਮੇਰੀ ਹਰ ਥਾਂ ਤੇ ਸਹਾਇਤਾ ਵੀ ਕਰਦਾ। ਹਿਰਦੇ ਚ ਹੋਵੇ ਰੱਬ ਨੇ ਅੱਜ ਤੱਕ ਦਿੱਤਾ ਹੀ ਕੀ ਹੈ ਜਿਹੜਾ ਮੈਂ ਆ ਕੁਝ ਬੋਲੀ ਜਾਣਾ। ਤੇ ਕੀ ਰੱਬ ਸਾਡੀਆਂ ਜ਼ੁਬਾਨੀ ਗੱਲਾਂ ਤੇ ਰੀਝ ਪਏਗਾ? ਵਿਚਾਰਨ ਵਾਲੀ ਬਾਤ ਹੈ ਵੀ ਜ਼ੁਬਾਨ ਤੋਂ ਅਸੀਂ ਕਹਿ ਰਹੇ ਹਾਂ ਰੱਬ ਸਾਡਾ ਸਹਾਇਕ ਹੈ, ਰੱਬ ਨੇ ਸਾਡੀ ਬੜੀ ਸਹਾਇਤਾ ਕੀਤੀ, ਰੱਬ ਜੋ ਕਰਦਾ ਚੰਗਾ ਕਰਦਾ। ਹਿਰਦੇ 'ਚ ਸਾਡੇ ਇਹ ਹੈ, ਲੈ ਰੱਬਾ ਤੂੰ ਅੱਜ ਤੱਕ ਚੰਗਾ ਕੀ ਕੀਤਾ ਮੇਰੇ ਨਾਲ? ਜਦੋਂ ਵੇਖੋ ਤੂੰ ਮੈਨੂੰ ਤੇ ਗਲਤੀ ਸਾਬਤ ਕੀਤਾ, ਜਦੋਂ ਵੇਖੋ ਮੇਰਾ ਨੁਕਸਾਨ ਹੀ ਹੋਇਆ, ਜਦੋਂ ਵੇਖੋ ਮੇਰੀ ਹਾਨੀ ਹੋਈ ਹੈ, ਮੈਨੂੰ ਲਾਭ ਤੇ ਕਦੇ ਹੋਇਆ ਹੀ ਨਹੀਂ। ਮਨ ਵਿੱਚ ਮੇਰੇ ਇਹ ਹੋਵੇ ਤੇ ਕੀ ਰੱਬ ਮੇਰੀਆਂ ਗੱਲਾਂ ਤੇ ਰੀਝ ਪਏਗਾ? ਉਹ ਬੋਲੇਗਾ ਮੇਰੇ ਨਾਲ? ਉਹਨੂੰ ਤੇ ਪਤਾ ਵੀ ਇਹ ਹਿਰਦੇ 'ਚ ਕੀ ਲੈ ਕੇ ਬੈਠਾ। ਤੇ ਭਗਤ ਜੀ ਕਹਿੰਦੇ ਮੈਨੂੰ ਫਿਰ ਖਤਾ ਦੀ ਜਦੋਂ ਬਾਤ ਆਈ ਨਾ, ਫਿਰ ਮੈਨੂੰ ਪਤਾ ਲੱਗਾ ਜਿਹਨੂੰ ਆਪਾਂ ਪਿਛਲੇ ਦਿਨਾਂ 'ਚ ਵਿਚਾਰ ਕੇ ਆਏ ਸਾਂ, ਸ਼ੇਖ ਸਬੂਰੀ ਬਾਹਰ ਆ ਕਿਆ ਹਜ ਕਾ ਬਹਿ ਜਾਏ। ਜੇ ਤੇਰੇ ਕੋਲ ਸੱਜਣਾ ਸਬੂਰੀ ਨਹੀਂ ਹੈ, ਸਬਰ ਹੀ ਨਹੀਂ ਹੈ, ਤੇ ਕਿਆ ਹਜ ਕਾ ਬਹਿ ਜਾਏ? ਕੀ ਕਰਨ ਚੱਲਿਆ ਤੂੰ ਹਜ ਤੇ ਕੀ ਕਰਨ ਚੱਲਿਆ ਕਾਬੇ? ਕਿਉਂਕਿ ਚਾਹੀਦਾ ਤੇ ਇਹ ਸੀ ਤੇਰੇ ਜੀਵਨ ਵਿੱਚ ਸਬਰ ਹੁੰਦਾ। ਤੂੰ ਚੱਲਿਆ ਹੱਜ ਕਰਨ ਲਈ ਕਾਬੇ ਵਿੱਚ, ਧਰਮ ਸਥਾਨ ਤੇ ਚੱਲਿਆ, ਤੂੰ ਤੇਰੇ ਕੋਲ ਸਬਰ ਹੁੰਦਾ, ਪਰ ਸਬਰ ਨਾਮ ਦੀ ਤੇਰੇ ਕੋਲ ਚੀਜ਼ ਹੀ ਕੋਈ ਨਹੀਂ। ਨਾ ਤੇਰੇ ਕੋਲ ਸਬਰ ਹੈ, ਨਾ ਤੇਰੇ ਕੋਲ ਸੰਤੋਖ ਹੈ, ਚੰਗੇ ਗੁਣ ਤੇ ਤੇਰੇ ਕੋਲ ਹੈ ਹੀ ਨਹੀਂ। ਤੇ ਤੂੰ ਚੱਲਿਆ ਕਿੱਥੇ ਆ? ਧਰਮ ਸਥਾਨ ਤੇ। ਤੇ ਜਾਂਦਾ ਕਿੱਥੇ ਸੀ? ਧਰਮ ਅਸਥਾਨ ਤੇ। ਸੱਜਣਾ ਧਰਮ ਅਸਥਾਨ ਤੇ ਜਾਂਦਿਆਂ ਹੋਇਆਂ ਤੈਨੂੰ ਕਿੰਨਾ ਅਰਸਾ ਹੋ ਗਿਆ, ਅਜੇ ਤੱਕ ਤੇਰੇ ਕੋਲ ਚੰਗੇ ਗੁਣ ਨਹੀਂ ਆਏ, ਅਜੇ ਤੱਕ ਤੈਨੂੰ ਖੁਦਾ ਨੇ ਆਵਾਜ਼ ਮਾਰ ਕੇ ਨਹੀਂ ਬੁਲਾਇਆ, ਤੇ ਤੂੰ ਤੁਰਿਆ ਅਜੇ ਵੀ ਜਾਣਾ। ਇੰਨਾ ਕਤੇ ਵੇਖ ਲਾ ਵੀ ਧਰਮ ਅਸਥਾਨ ਤੇ ਜਾ ਕੇ ਤੂੰ ਖੱਟ ਕੀ ਰਿਹਾ। ਜੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਤ ਕਰਦੇ ਹਾਂ ਤੇ 20 ਸਾਲ ਤੀਰਥ ਸਥਾਨ ਤੇ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਲਗਾਤਾਰ 20 ਸਾਲ ਤੀਰਥ ਸਥਾਨਾਂ ਤੇ ਜਾਂਦੇ ਰਹਿਣਾ, ਤੇ ਤੀਰਥ ਸਥਾਨਾਂ ਤੇ ਜਾ ਕੇ ਜੋ ਚਾਹੀਦਾ ਸੀ ਉਹ ਮਿਲਿਆ ਕੋਈ ਨਹੀਂ। ਤੇ ਉਹ ਇੱਕ ਕੇਵਲ ਨਿੱਕੇ ਜਿਹੇ ਜੋਗੀ ਦੇ ਬੋਲਾਂ ਨੇ ਟੁੰਬ ਕੇ ਰੱਖਤਾ ਵੀ ਤੈਨੂੰ ਅੱਜ ਤੱਕ ਮਿਲਿਆ ਕੀ ਹੈ? ਗੁਰੂ ਤੇਰੇ ਕੋਲ ਹੈ ਨਹੀਂ, ਤੂੰ ਆਪਣਾ ਵੀ ਜੀਵਨ ਭ੍ਰਸ਼ਟ ਕਰ ਲਿਆ, ਮੇਰਾ ਵੀ ਕਰਤਾ, ਗੁਰੂ ਤੇਰੇ ਕੋਲ ਹੈ ਨਹੀਂ, ਤੂੰ ਨਗੋਰਾ। ਹੁਣ ਜੇ ਆਪਾਂ ਕਹੀਏ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਿਚਾਰ ਚੰਗੀ ਨਹੀਂ ਸੀ, ਸੋਚ ਚੰਗੀ ਨਹੀਂ ਸੀ, ਇਦਾਂ ਤੇ ਨਹੀਂ ਹੈ ਨਾ। ਸੋਚ ਤੇ ਬੜੀ ਧਾਰਮਿਕ ਹੈ, ਧਾਰਮਿਕ ਸੋਚ ਕਰਕੇ ਹੀ ਜਾਂਦੇ ਰਹੇ ਨਾ ਤੀਰਥ ਸਥਾਨਾਂ ਤੇ। ਜੇ ਸੋਚ ਧਰਮ ਵਾਲੀ ਸੀ ਤਾਂ ਹੀ ਤੇ ਧਰਮ ਸਥਾਨ ਦੇ ਉੱਤੇ ਜਾ ਰਹੇ ਨੇ, ਨਾਲ ਆਪਣੇ ਸਗੋਂ ਹੋਰ ਸਾਥੀ ਸੰਗਤ ਵੀ ਲੈ ਕੇ ਜਾ ਰਹੇ। ਚਲੋ ਭਾਈ ਤੁਹਾਨੂੰ ਵੀ ਦਰਸ਼ਨ ਕਰਵਾ ਕੇ ਲਿਆਵਾਂ, ਤੁਹਾਨੂੰ ਵੀ ਤੀਰਥ ਸਥਾਨਾਂ ਤੇ ਇਸ਼ਨਾਨ ਕਰਵਾ ਕੇ ਲਿਆਵਾਂ, ਉਹਨਾਂ ਨੂੰ ਲੈ ਕੇ ਜਾਂਦੇ ਰਹੇ। ਪਰ ਬਾਅਦ ਚ ਕੀ ਹੋਇਆ? ਬਾਅਦ ਚ ਤੇ ਇਹੀ ਪਤਾ ਲੱਗਣਾ ਵੀ ਅੱਜ ਤੱਕ ਆਉਂਦਾ ਰਿਹਾ ਤੇ ਮੈਂ ਖੱਟਿਆ ਕੀ ਹੈ, ਮੈਨੂੰ ਮਿਲਿਆ ਤੇ ਕੁਝ ਵੀ ਨਹੀਂ। ਚਾਹੀਦਾ ਤੇ ਸੀ ਅੱਜ ਨੂੰ ਜੀਵਨ ਗੁਣ ਭਰਪੂਰ ਬਣ ਜਾਂਦਾ, ਜ਼ਿੰਦਗੀ ਗੁਣ ਭਰਪੂਰ ਬਣ ਜਾਂਦੀ। ਤੇ ਜਿੱਦਣ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਆ ਗਏ, ਉਦਣ ਪਤਾ ਲੱਗਾ ਵੀ ਅਸਲ ਤੇ ਸੱਚ ਆਹ ਸੀ। ਅਸਲ ਦੇ ਵਿੱਚ ਆ ਜੋ ਅੱਜ ਮਿਲਿਆ ਨਾ 62 ਸਾਲਾਂ ਦੀ ਉਮਰ 'ਚ ਮਿਲਿਆ, ਇਹ ਅੱਜ ਤੋਂ 20 ਸਾਲ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਜੋ ਅੱਜ ਖੱਟਣ ਲੱਗਿਆ। ਫਿਰ 11 ਸਾਲ ਗੁਰੂ ਘਰ ਦੀ ਸੇਵਾ ਕੀਤੀ,
ਫਿਰ 11 ਸਾਲ ਗੁਰੂ ਘਰ ਦੀ ਸੇਵਾ ਕਰਨ ਤੋਂ ਬਾਅਦ 'ਚ ਇੰਨਾ ਜੀਵਨ ਗੁਣ ਭਰਪੂਰ ਬਣ ਗਿਆ, ਇੰਨੀ ਜ਼ਿੰਦਗੀ ਗੁਣ ਭਰਪੂਰ ਬਣ ਗਈ ਕਿ ਜਿਸ ਜੀਵਨ ਨੂੰ ਵੇਖ ਕੇ ਕਦੇ ਜੋਗੀ ਕਹਿੰਦਾ ਸੀ ਉਹ ਤੇਰਾ ਜਨਮ ਵੀ ਭ੍ਰਸ਼ਟ ਹੈ, ਤੂੰ ਮੇਰਾ ਵੀ ਕਰਤਾ, ਅੱਜ ਉਸ ਜੀਵਨ 'ਚ ਇੰਨੇ ਗੁਣ ਭਰ ਗਏ, ਇੰਨਾ ਜ਼ਿਆਦਾ ਗੁਣਾਂ ਦਾ ਮਾਲਕ ਉਹ ਜੀਵਨ ਬਣ ਗਿਆ ਕਿ ਗੁਰੂ ਅੰਗਦ ਦੇ ਪਾਤਸ਼ਾਹ ਝੁਕ ਕੇ ਕਹਿੰਦੇ ਨੇ, ਲੈ ਬਾਪੂ ਅਮਰਦਾਸ, ਅੱਜ ਤੋਂ ਬਾਅਦ 'ਚ ਗੁਰੂ ਨਾਨਕ ਜੋਤ ਤੇਰੇ ਅੰਦਰ ਹੈ। ਸ਼ਖਸ ਤੇ ਉਹੀ ਹੈ ਨਾ ਜਿਹਨੂੰ 62 ਸਾਲਾਂ ਦੀ ਉਮਰ 'ਚ ਇੱਕ ਜੋਗੀ ਕਹਿੰਦਾ ਤੇਰਾ ਜੀਵਨ ਵੀ ਖਤਮ, ਤੂੰ ਤੇ ਭ੍ਰਸ਼ਟਿਆ ਹੀ ਭ੍ਰਸ਼ਟਿਆ, ਮੇਰਾ ਵੀ ਭ੍ਰਸ਼ਟਤਾ ਤੂੰ ਤੇ, ਤੇਰੇ ਹੱਥੋਂ ਮੈਂ ਸੇਵਾ ਕਰਵਾ ਲਈ, ਤੇਰੇ ਹੱਥੋਂ ਪ੍ਰਸ਼ਾਦਾ ਛਕ ਲਿਆ, ਤੇਰੇ ਹੱਥੋਂ ਮੈਂ ਪਾਣੀ ਛਕ ਲਿਆ, ਜਲ ਛਕ ਲਿਆ, ਤੇਰਾ ਜੀਵਨ ਤੇ ਭ੍ਰਸ਼ਟ ਸੀ, ਤੂੰ ਮੇਰਾ ਵੀ ਕਰਤਾ, ਕਿਉਂਕਿ ਤੇਰੇ ਕੋਲ ਗੁਰੂ ਹੈ ਨਹੀਂ। ਤੇ ਜਿੱਦਣ ਗੁਰੂ ਦੇ ਧਾਰਨੀ ਬਣੇ ਉਦਣ ਕੀ ਹੋਇਆ, ਜੀਵਨ ਇੰਨਾ ਜ਼ਿਆਦਾ ਗੁਣ ਭਰਪੂਰ ਬਣ ਗਿਆ। ਜਿਸ ਗੁਰੂ ਸਾਹਿਬ ਨੂੰ ਆਪਣੇ ਜੀਵਨ 'ਚ ਧਾਰਨ ਕੀਤਾ, ਗੁਰੂ ਦੀ ਵਿਚਾਰਧਾਰਾ ਨੂੰ ਧਾਰਨ ਕੀਤਾ, ਉਹ ਵਿਚਾਰਧਾਰਾ ਨੇ ਗੁਣ ਇੰਨੇ ਕੁ ਜ਼ਿੰਦਗੀ 'ਚ ਭਰਤੇ, ਅਖੀਰ ਉਸੇ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਨਮਸਕਾਰ ਕਰਕੇ ਗੁਰੂ ਨਾਨਕ ਦੀ ਜੋਤ ਬਖਸ਼ਦੇ ਵੀ ਅੱਜ ਤੋਂ ਬਾਅਦ ਤੁਸੀਂ ਸੰਸਾਰ ਧਾਰਨਾ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵਿੱਚ ਵੀ ਇੱਕ ਮਿਲਦਾ ਨਾ ਘਟਨਾ, ਵੀ ਜਦੋਂ ਸਤਿਗੁਰੂ ਮੱਕੇ ਜਾਂਦੇ, ਕਿਉਂਕਿ ਰੱਬ ਨੂੰ ਕਿਸੇ ਖਾਸ ਥਾਂ ਉੱਤੇ ਸੀਮਤ ਕਰ ਦੇਣਾ, ਇਹਨੂੰ ਅਸੀਂ ਧਰਮ ਦਾ ਨਾਮ ਨਹੀਂ ਦੇ ਸਕਦੇ, ਇਹਨੂੰ ਕਦੇ ਵੀ ਅਸੀਂ ਧਰਮ ਨਹੀਂ ਆਖ ਸਕਦੇ ਜਦੋਂ ਅਸੀਂ ਰੱਬ ਨੂੰ ਇੱਕ ਥਾਂ ਉੱਤੇ ਸੀਮਤ ਕਰ ਦਾਂਗੇ। ਗੁਰੂ ਨਾਨਕ ਸਾਹਿਬ ਨੇ ਹੁਣ ਉੱਥੇ ਧਰਮ ਅਸਥਾਨ ਨੂੰ ਮਾੜਾ ਨਹੀਂ, ਬਸ ਉੱਥੇ ਜਿਹੜਾ ਉਹਨਾਂ ਦੇ ਮਨਾਂ 'ਚ ਭਰਮ ਸੀ ਨਾ ਵੀ ਖੁਦਾ ਜਿਹੜਾ ਕੱਲਾ ਮੱਕੇ ਵਿੱਚ ਹੀ ਰਹਿੰਦਾ, ਬਾਬੇ ਨਾਨਕ ਨੇ ਉਸ ਭਰਮ ਨੂੰ ਖਤਮ ਕਰਨ ਦੇ ਲਈ ਸਤਿਗੁਰੂ ਪਾਤਸ਼ਾਹ ਜਦੋਂ ਰਾਤ ਨੂੰ ਸੌਂਦੇ ਨੇ ਤੇ ਮਾਲਕ ਪਾਤਸ਼ਾਹ ਮੱਕੇ ਵੱਲ ਆਪਣੇ ਪੈਰ ਜਿਹੜੇ ਉਹ ਕਰਕੇ ਤੇ ਲੇਟ ਜਾਂਦੇ ਸਤਿਗੁਰੂ ਜੀ। ਤੇ ਜਦੋਂ ਹਾਜੀ ਆਉਂਦਾ, ਉੱਥੇ ਮੌਲਵੀ ਆਉਂਦਾ, ਉਹ ਆ ਕੇ ਵੇਖਦਾ ਵੀ ਆਹ ਕੌਣ ਸੁੱਤਾ ਪਿਆ ਇੱਧਰ ਮੱਕੇ ਵੱਲ, ਖੁਦਾ ਦੇ ਘਰ ਵੱਲ ਨੂੰ ਪੈਰ ਕਰਕੇ। ਤੇ ਉਹਨੇ ਭਾਈ ਗੁਰਦਾਸ ਜੀ ਨੇ ਜ਼ਿਕਰ ਕਰਦੇ ਆਖਿਆ ਸੀ ਨਾ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ, ਕੁਫਰ ਕੁਫਾਰੀ, ਆ ਕਿਹੜਾ ਕਾਫਰ ਸੁੱਤਾ ਪਿਆ ਇੱਥੇ, ਜਿਨੇ ਖੁਦਾ ਦੇ ਘਰ ਵੱਲ ਨੂੰ ਪੈਰ ਪਸਾਰੇ ਹੋਏ। ਤੇ ਜਦੋਂ ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹੱਥ ਲਾਉਣ ਦੀ ਦੇਰ ਸੀ, ਤੇ ਬਾਬੇ ਨਾਨਕ ਨੇ ਜਦੋਂ ਕਿਰਪਾ ਵਰਤਾਈ, ਰਹਿਮਤ ਵਰਤਾਈ, ਸੋਚ ਵਿੱਚ ਐਸੀ ਕਲਾ ਵਰਤਦੀ ਹੈ, ਸੁਰਤ ਵਿੱਚ ਐਸੀ ਕਲਾ ਵਰਤਦੀ ਹੈ, ਜਿਹੜਾ ਕਹਿੰਦਾ ਸੀ ਰੱਬ ਕੱਲਾ ਮੱਕੇ ਵਿੱਚ ਹੈ, ਉਹਨੂੰ ਮੱਕਾ ਹੀ ਸਾਰੇ ਪਾਸੇ ਦਿਖਣ ਲੱਗ ਗਿਆ ਵੀ ਹੈ ਤੇ ਮੱਕਾ ਹੀ ਹੈ ਸਾਰੇ ਪਾਸੇ, ਖੁਦਾ ਹੀ ਖੁਦਾ ਸਾਰੇ ਪਾਸੇ, ਖੁਦਾ ਤੋਂ ਬਿਨਾਂ ਤੇ ਹੈ ਹੀ ਕੁਛ ਨਹੀਂ, ਹਰ ਜਗ੍ਹਾ ਉੱਤੇ ਖੁਦਾ ਵਸਦਾ, ਇਹਦੇ ਵਿੱਚ ਵੀ ਖੁਦਾ ਬੈਠਾ, ਮੇਰੇ ਵਿੱਚ ਵੀ ਖੁਦਾ ਬੈਠਾ, ਇਹਦੇ ਨਾਲ ਜਿਹੜਾ ਸ਼ਖਸ ਬੈਠਾ ਇਹਦੇ ਵਿੱਚ ਵੀ ਖੁਦਾ ਬੈਠਾ, ਆ ਜਿਹਨੂੰ ਮੈਂ ਕਹੀ ਜਾਣਾ ਵੀ ਇੱਥੇ ਹੀ ਖੁਦਾ, ਉਹ ਸਾਰੀ ਥਾਂ ਤੇ ਹੀ ਦਿਸਣ ਲੱਗ ਪਿਆ। ਤੇ ਭਾਈ ਭਗਤ ਕਬੀਰ ਸਾਹਿਬ ਕਹਿੰਦੇ, ਹਜ ਕਾਬੇ ਹੋਏ ਹੋਏ ਗਿਆ, ਕੇਤੀ ਵਾਰ ਕਬੀਰ ਸਾਈਂ ਮੁਝ ਮੈਂ ਕਿਆ ਖਤਾ। ਕਿਉਂਕਿ ਸਾਨੂੰ ਇਹ ਗੱਲ ਨਾ ਕੇਵਲ ਕਹਿਣ ਦੀ ਹੋਈ ਨਹੀਂ, ਇਹ ਸਾਨੂੰ ਵੀ ਸੋਚ ਲੈਣਾ ਚਾਹੀਦਾ, ਤੇ ਗੁਰੂ ਸਾਹਿਬ ਅੱਗੇ ਸਾਨੂੰ ਵੀ ਆ ਕੇ ਇਹ ਸਵਾਲ ਕਰ ਲੈਣਾ ਚਾਹੀਦਾ, ਇੰਨੇ ਕੁ ਤਿਆਰ ਹੋ ਜਾਈਏ ਵੀ ਰੱਬਾ ਇਹ ਸਤਿਗੁਰੂ ਦੱਸ ਮੇਰੇ 'ਚ ਕਿਹੜੀ ਭੁੱਲ ਹੈ, ਅਜੇ ਤੱਕ ਤੂੰ ਮੈਨੂੰ ਮਿਲਿਆ ਹੀ ਕੋਈ ਨਹੀਂ। ਵੀ ਜਿਹੜਾ ਤੇਰੇ ਦਰ ਤੇ ਆ ਜਾਂਦਾ ਤੂੰ ਉਹਨੂੰ ਮਿਲ ਜਾਂਦਾ, ਤੇ ਮੈਂ ਤੇਰੇ ਦਰ ਤੇ ਆਉਂਦੇ ਨੂੰ ਪਤਾ ਹੀ ਨਹੀਂ ਕਿੰਨਾ ਕੁ ਚਿਰ ਹੋ ਗਿਆ, ਤੇਰੇ ਦਰ ਤੇ ਰੋਜ਼ ਆਉਣਾ, ਰੋਜ਼ ਆ ਕੇ ਨੱਕ ਵੀ ਰਗੜਦਾ, ਰੋਜ਼ ਆ ਕੇ ਮੱਥਾ ਵੀ ਰਗੜਦਾ, ਰੋਜ਼ ਆ ਕੇ ਨਮਸਕਾਰ ਵੀ ਕਰਦਾ, ਮੈਨੂੰ ਅਜੇ ਤੱਕ ਨਹੀਂ ਤੂੰ ਮਿਲਿਆ, ਮੈਨੂੰ ਇਹ ਦੱਸੋ ਸਾਈਂ ਮੁਝ ਮੈਂ ਕਿਆ ਖਤਾ, ਮੇਰੀ ਗਲਤੀ ਕੀ ਹੈ। ਮੁਖੋਂ ਨਾ ਬੋਲੇ ਪੀਰ, ਤੁਸੀਂ ਕਿਉਂ ਨਹੀਂ ਬੋਲ ਰਹੇ, ਆਪਣੇ ਮੁਖ ਤੋਂ ਬੋਲ ਕੇ ਦੱਸੋ, ਮੇਰੇ ਨਾਲ ਬੈਠੋ, ਮੇਰੇ ਨਾਲ ਵਿਚਾਰ ਕਰੋ, ਮੈਂ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦਾ, ਮੈਂ ਤੁਹਾਨੂੰ ਮਿਲਣ ਆਉਣਾ, ਮੈਂ ਕਿਸੇ ਹੋਰ ਨੂੰ ਮਿਲਣ ਨਹੀਂ ਆਉਂਦਾ, ਤੇ ਮੈਨੂੰ ਦੱਸੋ ਮੇਰੀ ਗਲਤੀ ਤੇ ਭੁੱਲ ਕੀ ਹੈ। ਤੇ ਫਿਰ ਜਵਾਬ ਇਹੀ ਮਿਲੇਗਾ ਸੱਜਣਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ,
रत्ते इश्क खुदाए रंग दिदार के विसरिया जिन नाम ते भोए पारथिए। तू अपने अंदर नू रंग के आ मेरे कोल, ते जिदन अंदर लैके अपने अंदर नू साफ करके आएगा ना, जियों ते बाहरों निर्मल हो के आएगा, उदन तैनू मेरा मिलाप भी होएगा ते तैनू मैं भी मिलांगा। मैं तेरे नाल बैठांगा भी, तेरे नाल विचार भी करांगा, जिस पासे चलेगा तेरे नाल चलांगा। बस आ जी ते बाहर दोवां करके तू निर्मल हो जा, अंदरों भी सुथरा ते बाहरों भी सुथरा हो जा। जिदन अंदरों ते बाहरों सुथरा हो गया, उदन तैनू तेरे विच ही वसदा नजर भी आवांगा। कबीर चीजो मारह जोर कर, कहते है जो हलाल। ਹੁਣ ਥੋੜਾ ਜਿਹਾ ਵਿਸ਼ਾਲਤਾ ਨਾਲ ਇਸ ਸ਼ਲੋਕ ਨੂੰ ਵਿਚਾਰਦੇ ਚੱਲੀਏ। ਧਰਮ ਦੇ ਨਾਮ ਉੱਤੇ ਜੀਵਾਂ ਨੂੰ ਮਾਰਨਾ, ਇਹ ਜਿਹੜੀਆਂ ਪਰੰਪਰਾ ਮੁਤਾਬਕ ਰੀਤਾਂ ਚੱਲੀਆਂ ਆਉਂਦੀਆਂ ਉਹਦੇ ਮੁਤਾਬਕ, ਕਿਉਂਕਿ ਕਹਿ ਸਕਦੇ ਹਾਂ ਸ਼ਾਇਦ ਸਾਨੂੰ ਕਾਰਨ ਵੀ ਨਾ ਪਤਾ ਹੋਵੇ ਕਿਉਂ ਕੀਤਾ ਜਾਂਦਾ ਹੈ, ਬਸ ਅਸੀਂ ਕਰ ਰਹੇ ਹਾਂ। ਕਿਉਂ ਜੀ? ਉੱਥੇ ਕਰਦੇ ਨੇ ਤੇ ਅਸੀਂ ਵੀ ਕਰਨਾ, ਸਾਡੇ ਬਜ਼ੁਰਗ ਵੀ ਕਰਦੇ ਸੀ ਤੇ ਅਸੀਂ ਵੀ ਕਰਨਾ। ਬਜ਼ੁਰਗ ਕਿਉਂ ਕਰਦੇ ਸੀ ਕੋਈ ਪਤਾ ਨਹੀਂ, ਅਸੀਂ ਕਿਉਂ ਕਰ ਰਹੇ ਹਾਂ ਕੋਈ ਪਤਾ ਨਹੀਂ, ਬਸ ਇੰਨਾ ਪਤਾ ਵੀ ਸਾਡੇ ਬਜ਼ੁਰਗ ਕਰਦੇ ਸੀ ਜੀ, ਅਸੀਂ ਤਾਂ ਕਰ ਰਹੇ ਹਾਂ। ਭਗਤ ਜੀ ਕਹਿੰਦੇ ਭਾਈ ਮੈਨੂੰ ਇਸ ਗੱਲ ਦਾ ਜਵਾਬ ਦਿਓ, ਜੀ ਜੋ ਮਾਰ ਰਹੇ ਜ਼ੁਲਮ ਕਰ, ਜਿਹੜੇ ਜੀਵਾਂ ਨੂੰ ਮਾਰਦੇ ਨੇ ਜ਼ੁਲਮ ਕਰ ਕਰਕੇ, ਅਤਿਆਚਾਰ ਕਰ ਕਰਕੇ ਮਾਰਦੇ, ਕਹਤੇ ਹੈ ਜੋ ਹਲਾਲ, ਤੇ ਕਹਿੰਦੇ ਕੀ ਨੇ ਜੀ? ਇਹਨੇ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਣਾ, ਇਹਨੇ ਰੱਬ ਦੇ ਦਰ ਤੇ ਪ੍ਰਵਾਨਿਆ ਜਾਣਾ, ਤੇ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਅਸੀਂ ਵੀ ਰੱਬ ਦੇ ਦਰ ਤੇ ਪ੍ਰਵਾਨੇ ਜਾਵਾਂਗੇ। ਸਾਡਾ ਤੇ ਅਸੀਂ ਤੇ ਖੁਦਾ ਵਾਸਤੇ ਹੀ ਕੁਰਬਾਨੀ ਦੇਣ ਲੱਗੇ ਆ ਨਾ, ਰੱਬ ਵਾਸਤੇ ਹੀ ਕੁਰਬਾਨੀ ਦੇਣ ਲੱਗੇ ਆ। ਤੇ ਭਗਤ ਕਬੀਰ ਸਾਹਿਬ ਜੀ ਦਾ ਹੀ ਇੱਕ ਪਾਵਨ ਬਚਨ ਹੈ ਜਿਹੜਾ ਆਪਣੀਆਂ ਰਸਨਾਵਾਂ ਤੇ ਰਹਿੰਦਾ ਹੈ, ਜੋ ਸਭ ਮੈਂ ਇੱਕ ਖੁਦਾਏ ਕਹਿਤ ਹੈ ਤੋ ਕਿਉਂ ਮੁਰਗੀ ਮਾਰੇ। ਤੂੰ ਇੱਕ ਪਾਸੇ ਕਹੀ ਜਾਂਦਾ ਸਾਰਿਆਂ 'ਚ ਹੀ ਖੁਦਾ ਵਸਦਾ ਹੈ, ਤੇ ਖੁਦਾ ਵਸਦਾ ਸਾਰਿਆਂ 'ਚ, ਚਾਹੀਦਾ ਤੇ ਇਹ ਸੀ ਤੂੰ ਸਾਰਿਆਂ 'ਚੋਂ ਖੁਦਾ ਵੇਖਦਾ, ਖੁਦਾ ਨੂੰ ਵੇਖਣ ਦੀ ਬਜਾਏ ਤੂੰ ਜੀਵ ਮਾਰੀ ਜਾਂਦਾ। ਇੱਕ ਮੈਂ ਨਿੱਕਾ ਜਿਹਾ ਦ੍ਰਿਸ਼ਟਾਂਤ ਰੱਖਦਾ ਚੱਲਾਂ। ਆਪਾਂ ਕਿਸੇ ਬੰਦੇ ਨੂੰ ਪ੍ਰਸੰਨ ਕਰਨਾ ਚਾਹੁੰਦੇ ਆ, ਕਿਸੇ ਨੂੰ ਖੁਸ਼ ਕਰਨਾ ਚਾਹੁੰਦੇ ਆ। ਹੁਣ ਉਹਨੂੰ ਖੁਸ਼ ਕਰਨ ਦੇ ਲਈ ਚਾਹੀਦਾ ਤੇ ਸਾਨੂੰ ਇਹ ਸੀ ਵੀ ਜੇ ਉਹਦਾ ਕੋਈ ਵਹੀਕਲ ਹੈ ਜਾਂ ਉਹਦੀ ਕੋਈ ਚੀਜ਼ ਹੈ, ਅਸੀਂ ਉਹਨੂੰ ਵਧੀਆ ਐਨ ਸਵਾਰ ਕੇ ਸਾਜ ਕੇ ਰੱਖਦੇ, ਚਾਹੀਦਾ ਤੇ ਇਹ ਸੀ। ਉਹਨੂੰ ਅਸੀਂ ਪ੍ਰਸੰਨ ਕਰਨਾ, ਉਹਦੀਆਂ ਚੀਜ਼ਾਂ ਨੂੰ ਅਸੀਂ ਜਾ ਕੇ ਭੰਨਣ ਲੱਗ ਜਾਈਏ, ਤੋੜਨ ਲੱਗ ਜਾਈਏ, ਉਹਦੇ ਸਾਹਮਣੇ ਉਹਦੀ ਗੱਡੀ ਵੀ ਤੋੜ ਦਈਏ, ਉਹਦੇ ਸਾਹਮਣੇ ਉਹਦਾ ਮੋਟਰਸਾਈਕਲ ਵੀ ਤੋੜ ਦਈਏ, ਉਹਦੇ ਸਾਹਮਣੇ ਉਹਦਾ ਘਰ ਵੀ ਤੋੜ ਦਈਏ, ਤੇ ਅਸੀਂ ਕਹੀਏ ਹੁਣ ਤੇ ਖੁਸ਼ ਹੋ ਜਾ ਸਾਡੇ ਤੇ। ਤੁਸੀਂ ਦੱਸੋ ਵੀ ਉਹ ਖੁਸ਼ ਹੋਏਗਾ? ਜਿਹੜੇ ਬੰਦੇ ਨੂੰ ਅਸੀਂ ਖੁਸ਼ ਕਰਨ ਚੱਲੇ ਆ ਉਹਦੀ ਗੱਡੀ ਵੀ ਤੋੜਤੀ, ਉਹਦਾ ਮੋਟਰਸਾਈਕਲ ਵੀ ਤੋੜਤਾ, ਉਹਦਾ ਘਰ ਵੀ ਤੋੜਤਾ, ਉਹਦੇ ਘਰ ਦੇ ਜਿਹੜੇ ਬਰਤਨ ਸਨ ਉਹ ਵੀ ਬਖੇਰਤੇ, ਸਾਰੇ ਖਿਲਾਰਤੇ ਜਾ ਕੇ, ਤੇ ਅਸੀਂ ਉਹਨੂੰ ਜਾ ਕੇ ਕਹੀਏ ਹੁਣ ਸਾਡੇ ਤੇ ਖੁਸ਼ ਹੋ ਜਾ, ਤੇ ਕੀ ਉਹ ਖੁਸ਼ ਹੋ ਜਾਏਗਾ? ਕਦੇ ਵੀ ਨਹੀਂ। ਤੇ ਰੱਬ ਨੂੰ ਖੁਸ਼ ਕਰਨ ਲਈ ਅਸੀਂ ਰੱਬ ਦੇ ਜੀਵਾਂ ਨੂੰ ਮਾਰੀ ਜਾਂਦੇ ਆ, ਤੇ ਕੀ ਰੱਬ ਖੁਸ਼ ਹੋ ਜਾਏਗਾ? ਇਹ ਵੀ ਤੇ ਰੱਬ ਦੇ ਬਣਾਏ ਹੋਏ ਜੀਵ ਨੇ ਨਾ, ਤੇ ਰੱਬ ਦੇ ਜੀਵ ਅਸੀਂ ਮਾਰ ਕਿਉਂ ਰਹੇ ਆ? ਜੀ ਰੱਬ ਖੁਸ਼ ਹੋ ਜੇ। ਜੇ ਬੰਦੇ ਦੇ ਸਾਹਮਣੇ ਬੰਦੇ ਦੀਆਂ ਚੀਜ਼ਾਂ ਤੋੜ ਦਈਏ, ਭੰਨ ਦਈਏ, ਉਹ ਸਾਡਾ ਦੁਸ਼ਮਣ ਬਣ ਜਾਏਗਾ, ਸਾਨੂੰ ਮਾਰਨ ਤੱਕ ਉਤਰ ਆਏਗਾ ਵੀ ਇਹਨੇ ਮੇਰੇ ਘਰ ਦਾ ਨੁਕਸਾਨ ਕਰਤਾ, ਇਹਨੇ ਮੇਰੀ ਗੱਡੀ ਦਾ ਨੁਕਸਾਨ ਕਰਤਾ। ਤੇ ਤੁਸੀਂ ਆਪ ਸੋਚੋ, ਜੇ ਰੱਬ ਦੀ ਬਣਾਈ ਕੁਦਰਤ ਨਾਲ ਅਸੀਂ ਛੇੜਛਾੜ ਕਰਾਂਗੇ, ਕੁਦਰਤ ਨਾਲ ਅਸੀਂ ਕਿਸੇ ਪ੍ਰਕਾਰ ਦੀ ਬਦਤਮੀਜ਼ੀ ਕਰਾਂਗੇ, ਤੇ ਰੱਬ ਸਾਡਾ ਵੈਰੀ ਬਣੇਗਾ ਕਿ ਰੱਬ ਸਾਨੂੰ ਪਲੋਸ ਕੇ ਰੱਖੇਗਾ ਵੀ ਤੂੰ ਬੜਾ ਚੰਗਾ ਕੀਤਾ, ਆ ਜਾ ਮੈਂ ਤੇਰੇ ਤੇ ਬੜਾ ਖੁਸ਼ ਹਾਂ। ਤੇ ਆ ਨਤੀਜਾ ਸਾਹਮਣੇ ਹੀ ਹੈ।
ਜੋ ਮਹਾਮਾਰੀ ਫੈਲੀ ਹੈ, ਕੀ ਇਹ ਨਤੀਜਾ ਹੀ ਹੈ ਨਾ, ਇਹ ਰਿਜ਼ਲਟ ਹੈ। ਇਹ ਅਸੀਂ ਕੁਦਰਤ ਨਾਲ ਛੇੜਛਾੜ ਕੀਤੀ ਤੇ ਉੱਤੋਂ ਕਹੀ ਜਾਂਦੇ ਰੱਬਾ ਖੁਸ਼ ਹੋ ਜਾ ਸਾਡੇ ਤੇ, ਰੱਬਾ ਪ੍ਰਸੰਨ ਹੋ ਜਾ ਸਾਡੇ ਤੇ। ਰੱਬ ਦੀ ਕੁਦਰਤ ਨੂੰ ਛੇੜ ਰਹੇ ਆ, ਰੱਬ ਦੇ ਜੀਵਾਂ ਨੂੰ ਮਾਰ ਰਹੇ ਆ। ਕਾਹਦੇ ਲਈ? ਰੱਬ ਕਰਕੇ ਰੱਬ ਪ੍ਰਸੰਨ ਹੋ ਜੇ। ਤੇ ਰੱਬ ਦੀ ਹੁਣ ਪ੍ਰਸੰਨਤਾ ਵੇਖ ਲਓ ਫਿਰ ਕਿੱਦਾਂ ਦੀ ਹੈ। ਕਿਤੇ ਨਾ ਕਿਤੇ ਜਾ ਕੇ ਮੰਨਣਾ ਪਏਗਾ ਸਾਨੂੰ ਵੀ ਜੇ ਅਸੀਂ ਖੁਦਾ ਨੂੰ ਖੁਸ਼ ਕਰਨਾ ਨਾ ਤੇ ਖੁਦਾ ਦੀ ਬਣਾਈ, ਰੱਬ ਦੀ ਬਣਾਈ ਕੁਦਰਤ ਨਾਲ ਪਿਆਰ ਕਰਕੇ ਹੀ ਖੁਸ਼ ਕਰ ਸਕਦੇ ਆ, ਉਹਦੇ ਬਣਾਏ ਜੀਵਾਂ ਨੂੰ ਮਾਰ ਕੇ ਨਹੀਂ। ਤੇ ਭਗਤ ਜੀ ਕਹਿੰਦੇ ਤੂੰ ਇਸ ਗੱਲ ਦਾ ਜਵਾਬ ਦਿਓ ਕਬੀਰ ਜੀ, ਜੋ ਮਾਰੇ ਜ਼ੋਰ ਕਰ, ਆਪਣੀ ਜ਼ੋਰ ਨਾਲ ਤਾਕਤ ਨਾਲ ਅਤਿਆਚਾਰ ਕਰਕੇ। ਕਹਤੇ ਹੈ ਜੋ ਹਲਾਲ, ਮਾਰਨ ਤੋਂ ਬਾਅਦ ਚ ਕਹਿੰਦੇ ਤੇ ਪ੍ਰਵਾਨ ਹੋ ਗਿਆ ਰੱਬ ਦੇ ਦਰ ਤੇ। ਤੇ ਫਿਰ ਅਗਲੀ ਪੰਕਤੀ ਵਿੱਚ ਨਾਲ ਜ਼ਿਕਰ ਕਰਦੇ ਹਨ, ਦਫਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਤੂੰ ਦੱਸ ਜਿੱਦਣ ਰੱਬ ਨੇ ਤੈਨੂੰ ਧੱਕੇ ਮਾਰਤੇ ਤੇ ਤੇਰਾ ਹੱਕ ਕਿੰਨੇ ਪੂਰਨਾ, ਤੇਰਾ ਪੱਖ ਕਿੰਨੇ ਪੂਰਨਾ। ਇੱਕ ਮੈਂ ਬੇਨਤੀ ਇੱਥੇ ਕਰਦਾ ਚੱਲਾਂ, ਲੇਖਾ ਇੱਥੇ ਹੀ ਨਿਪਟ ਜਾਣਾ। ਸਤਿਗੁਰੂ ਦੀ ਬਾਣੀ ਕਹਿੰਦੀ ਇਹ ਕਰ ਕਰੇ ਸੋ ਇਹ ਕਰ ਪਾਏ। ਸੱਜਣਾ ਇੱਕ ਹੱਥ ਨਾਲ ਕਰ, ਦੂਜੇ ਤੇ ਖੜਾ ਹੈ। ਨਤੀਜਾ ਇੱਧਰਲੇ ਨਾਲ ਕਰਦਾ ਚੱਲ, ਇੱਧਰ ਦੇ ਨਾਲ ਖਾਂਦਾ ਚੱਲ, ਜਾਂ ਇੱਧਰ ਨੇ ਨਾਲ ਕਰਦਾ ਚੱਲ, ਇੱਧਰ ਨਾਲ ਖਾਂਦਾ ਚੱਲ। ਇੱਕ ਨਾਲ ਬੀਜਦਾ ਚੱਲ, ਦੂਜੇ ਨਾਲ ਵੱਢਦਾ ਚੱਲ। ਇਹ ਨਾ ਕਹੀਂ ਵੀ ਹੁਣ ਕਰ ਲਾਂਗਾ ਤੇ ਸਦੀਆਂ ਬੀਤ ਜਾਣਗੀਆਂ ਫਿਰ ਫਲ ਮਿਲੇਗਾ, ਨਹੀਂ। ਔਰ ਰੱਬ ਦੀ ਬਣਾਈ ਕੁਦਰਤ ਵਿੱਚ ਉਹਨੇ ਐਸੇ ਨਿਯਮ ਬਣਾਏ ਵੀ ਇੱਕ ਨਾਲ ਕਰਦਾ ਚੱਲ ਤੇ ਦੂਜੇ ਨਾਲ ਭੋਗਦਾ ਚੱਲ। ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਹੱਥ ਨਾਲ ਕਰ ਤੇ ਦੂਜੇ ਨਾਲ ਲੈਂਦਾ ਚੱਲ। ਲੇਖਾ ਤੇ ਇੱਥੇ ਹੀ ਨਿਬੜ ਜਾਣਾ, ਕੋਈ ਇਹਦੇ ਚ ਸ਼ੱਕ ਨਹੀਂ, ਕੋਈ ਦੋਰਾਵਾ ਨਹੀਂ। ਕਿਉਂਕਿ ਮਰਨ ਤੋਂ ਬਾਅਦ ਚ ਲੇਖਾ ਹੋਣਾ ਨਹੀਂ ਹੋਣਾ ਉਹ ਸਾਨੂੰ ਨਹੀਂ ਪਤਾ, ਪਰ ਜਿਉਂਦੇ ਜੀ ਜਿਹੜਾ ਲੇਖਾ ਹੋਣਾ ਉਹਦੇ ਵਿੱਚ ਤੇ ਅਸੀਂ ਵੇਖ ਲਈਏ ਵੀ ਸਾਡਾ ਲੇਖਾ ਕਿਦਾਂ ਦਾ ਹੈ। ਤੇ ਸਤਿਗੁਰੂ ਕਹਿੰਦੇ ਦਫ਼ਤਰ ਦਈ ਜਬ ਕਾਢ ਹੈ, ਜਿੱਦਣ ਰੱਬ ਨੇ ਤੈਨੂੰ ਆਪਣੀ ਨਿਗਾਹ ਤੋਂ ਪਰੋਖੇ ਕਰਤਾ, ਉਹਨੇ ਆਪਣੀ ਬਖਸ਼ਿਸ਼ ਤੋਂ ਪਰੋਖੇ ਕਰਤਾ, ਪਾਸੇ ਕਰਤਾ, ਤਬ ਹੋਏਗਾ ਕੌਣ ਹਵਾਲ। ਤੂੰ ਦੱਸ ਤੇਰਾ ਪੱਖ ਕਿੰਨੇ ਪੂਰਨਾ। ਜਿੱਥੇ ਦੁਨੀਆ ਪੱਖ ਨਾ ਪੂਰੇ ਉੱਥੇ ਰੱਬ ਪੱਖ ਪੂਰਦਾ ਜੇ, ਤੇ ਜਿੱਥੇ ਰੱਬ ਵੀ ਪੱਖ ਪੂਰਨ ਤੋਂ ਹਟ ਜਾਏ ਉੱਥੇ ਪੱਖ ਕਿੰਨੇ ਪੂਰਨਾ। ਦੁਨੀਆ ਸਹਾਇਕ ਬਣੇ ਨਾ ਬਣੇ ਇਹਦੀ ਕੋਈ ਬਹੁਤੀ ਚਿੰਤਾ ਨਹੀਂ, ਰੱਬ ਸਹਾਇਕ ਬਣਨਾ ਚਾਹੀਦਾ ਹੈ। ਤੇ ਜੇ ਰੱਬ ਹੀ ਸਹਾਇਕ ਨਾ ਬਣੇ, ਦੁਨੀਆ ਸਹਾਇਕ ਬਣ ਕੇ ਵੀ ਕੀ ਕਰ ਲੇਗੀ। ਇਸ ਗੱਲ ਦੀ ਪ੍ਰੋੜਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਵਿੱਚੋਂ ਸਤਿਗੁਰੂ ਪਾਤਸ਼ਾਹ ਕੋਲ ਕੋਈ ਬਹੁਤਾ ਸ਼ਾਨੋ ਸ਼ੌਕਤ ਵਾਲਾ ਮਾਹੌਲ ਨਹੀਂ ਰਹਿ ਗਿਆ। ਸਾਰਾ ਕੁਝ ਆਨੰਦਪੁਰ ਸਾਹਿਬ ਵੀ ਛੱਡਤਾ, ਚਾਰੇ ਲਾਲ ਵੀ ਸ਼ਹੀਦ ਹੋ ਗਏ, ਸਿੱਖ ਵੀ ਸ਼ਹਾਦਤਾਂ ਦੇ ਜਾਮ ਪੀ ਗਏ। ਪਰ ਜ਼ਫਰਨਾਮਾ ਜਦੋਂ ਬਾਪੂ ਨੇ ਲਿਖਿਆ ਤੇ ਉਦੋਂ ਔਰੰਗਜ਼ੇਬ ਨੂੰ ਫਿਰ ਵੀ ਲਲਕਾਰ ਕੇ ਆਖਿਆ ਸੀ, ਔਰੰਗਜ਼ੇਬ ਜਾ ਤੇਰੇ ਕੋਲ ਜਿੰਨੀ ਸੈਨਾ ਲੈ ਕੇ ਆ ਜਾ, ਮੈਨੂੰ ਖੁਦਾ ਤੇ ਭਰੋਸਾ ਹੈ। ਤੇ ਮੈਨੂੰ ਇੰਨਾ ਪਤਾ ਤੂੰ ਖੁਦਾ ਦੀਆਂ ਨਜ਼ਰਾਂ 'ਚ ਮੱਕਾਰ ਹੈ, ਤੇ ਮੈਂ ਖੁਦਾ ਦੇ ਭਰੋਸੇ ਤੇ ਕਹਿਣਾ ਜਾ ਸਾਰੀ ਸੈਨਾ ਲੈ ਕੇ ਆ ਜਾ, ਉਸੇ ਜੰਗ ਦੇ ਮੈਦਾਨ 'ਚ ਤੈਨੂੰ ਟੱਕਰਾਂਗਾ, ਉਸੇ ਜੰਗ ਦੇ ਮੈਦਾਨ 'ਚ ਤੇਰੇ ਨਾਲ ਦੋ ਹੱਥ ਕਰਾਂਗਾ। ਕਿਉਂਕਿ ਖੁਦਾ ਮੇਰਾ ਸਹਾਇਕ ਹੈ ਤੇ ਤੇਰੇ ਖਿਲਾਫ ਹੈ। ਤੂੰ ਚਾਹ ਕੇ ਵੀ ਮੇਰੇ ਤੋਂ ਜਿੱਤ ਨਹੀਂ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਾ। ਔਰ ਸੱਚਮੁੱਚ ਇਹਦੇ 'ਚ ਕੋਈ ਦੋਰਾਵਾ ਨਹੀਂ ਜੇ, ਜਿਹਦਾ ਪੱਖ ਖੁਦਾ ਕਰਨ ਲੱਗ ਜਾਏ ਨਾ ਉਹ ਕਦੇ ਨਹੀਂ ਜੇ ਹਾਰਦਾ। ਜਿਹਨੂੰ ਸਤਿਗੁਰੂ ਜੀ ਨੇ ਆਖਿਆ ਸੀ ਨਾ, ਪੱਟ ਸਾਹਿਬਾਨ ਜੀ ਨੇ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਬ ਦਿੱਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਲੱਖਾਂ ਬਾਹਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ ਜਦੋਂ ਗੁਰੂ ਵੱਲ ਹੋਵੇ, ਤੇ ਜੇ ਗੁਰੂ ਹੀ ਖਿਲਾਫ ਹੈ ਨਾ, ਲੱਖਾਂ ਬਾਹਾਂ ਲੈ ਕੇ ਵੀ ਅਸੀਂ ਕੁਝ ਨਹੀਂ ਜੇ ਸਵਾਰ ਸਕਦੇ। ਗੁਰੂ ਵੱਲ ਹੈ, ਲੱਖਾਂ ਬਾਹਾਂ ਕੁਛ ਨਹੀਂ ਵਿਗਾੜਨਗੀਆਂ,
ਜਦੋਂ ਗੁਰੂ ਖਿਲਾਫ ਹੈ, ਸਾਡੇ ਕੋਲ ਲੱਖਾਂ ਬਾਵਾਂ ਹੋਣਗੀਆਂ, ਅਸੀਂ ਤਾਂ ਵੀ ਕੁਝ ਨਹੀਂ ਜੇ ਸਵਾਰ ਸਕਦੇ, ਜਿੰਨਾ ਮਰਜ਼ੀ ਯਤਨ ਕਰ ਲਈਏ। ਔਰ ਇਹਦਾ ਪ੍ਰਤੱਖ ਪ੍ਰਮਾਣ ਮੁਕਤਸਰ ਸਾਹਿਬ ਦੀ ਧਰਤੀ, ਖਿਦਰਾਣੇ ਦੀ ਢਾਬ। ਵਜ਼ੀਰ ਖਾਂ ਕੀ ਸਾਰੇ ਚੜ ਕੇ ਆ ਗਏ ਵੀ ਹੁਣ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਜਾਣ ਦੇਣਾ। ਪਰ ਉੱਥੇ ਵੀ ਗੁਰੂ ਕੇ ਲਾਲ ਖੜੋਤੇ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਖੁਦ ਆਪਣੇ ਸਿੱਖਾਂ ਦਾ ਹੌਸਲਾ ਬਣ ਕੇ ਖੜੋਤੇ ਨੇ, ਤੇ ਅਗਲੇ ਸ਼ਹਾਦਤਾਂ ਦਾ ਜਾਮ ਪੀ ਗਏ। ਪਰ ਵੈਰੀਆਂ ਨੂੰ ਦੱਸ ਗਏ ਕਿ ਜਿੰਨਾ ਚਿਰ ਸਾਨੂੰ ਬਣਾਉਣ ਵਾਲਾ ਮਾਲਕ ਸਾਡੇ ਸਿਰ ਤੇ ਖੜਾ ਨਾ, ਸਿੱਖਾਂ ਨੇ ਦਰਸਾਇਆ ਹੀ ਵੈਰੀਆਂ ਨੂੰ ਵੀ ਸਾਨੂੰ ਸਾਜਣ ਵਾਲਾ ਸਾਡਾ ਗੁਰੂ ਸਾਡੇ ਸਿਰ ਤੇ ਖੜਾ ਹੈ, ਉਹ ਤੁਸੀਂ ਸਾਡੇ ਗੁਰੂ ਦੀ ਹਵਾ ਵੱਲ ਵੀ ਨਹੀਂ ਤੱਕ ਸਕਦੇ। ਔਰ ਗੁਰੂ ਕੇ ਸਿੱਖ ਸ਼ਹਾਦਤਾਂ ਦਾ ਜਾਮ ਪੀਂਦੇ ਨੇ। ਜੰਗ ਦੇ ਮੈਦਾਨ 'ਚ ਖਿਦਰਾਣੇ ਦੀ ਢਾਬ ਉੱਤੇ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਉਹਨਾਂ ਨੇ ਲੜਦਿਆਂ ਹੋਇਆਂ ਸ਼ਹਾਦਤਾਂ ਦੇ ਜਾਮ ਪੀਤੇ। ਔਰ ਕਿੰਨਾ ਮਾਣ ਦਿੱਤਾ ਸਤਿਗੁਰੂ ਨੇ ਫਿਰ ਉਹਨਾਂ ਨੂੰ ਆਪ ਨਿਵਾਜਦਿਆਂ ਹੋਇਆਂ। ਇਹ ਮੇਰਾ 5000 ਇਹ ਮੇਰਾ 10,000 ਇਹ ਮੇਰਾ 20,000। ਭਾਈ ਮਹਾ ਸਿੰਘ ਨੂੰ ਕਹਿੰਦੇ ਵੀ ਤੁਸੀਂ ਮਾਝੇ ਦੀ ਸਿੱਖੀ ਨੂੰ ਬਚਾਇਆ, ਤੇ ਉਹੀ ਖਿਦਰਾਣੇ ਦੀ ਢਾਬ ਨੂੰ ਸਤਿਗੁਰੂ ਮੁਕਤਸਰ ਸਾਹਿਬ ਦਾ ਨਾਮ ਦਿੰਦੇ ਨੇ। ਔਰ ਇੱਥੇ ਭਗਤ ਕਬੀਰ ਸਾਹਿਬ ਕਹਿ ਰਹੇ ਵੀ ਅਸੀਂ ਰੱਬ ਦੇ ਨਾਂ ਤੇ ਹੀ ਮਾਰੀ ਜਾਂਦੇ, ਲੋਕਾਂ ਨੂੰ, ਜੀਵਾਂ ਨੂੰ ਮਾਰੀ ਜਾਂਦੇ। ਤੇ ਦਫ਼ਤਰ ਦਈ ਜਬ ਕਾਢ ਹੈ, ਜਦੋਂ ਉਹਨੇ ਆਪਣੀ ਅੱਖਾਂ ਤੋਂ ਪਰੋਖੇ ਕਰਤਾ, ਦਫ਼ਤਰ ਤੋਂ ਕੱਢਤਾ ਨਾ ਜਦੋਂ ਉਹਨੇ, ਤਬ ਹੋਏਗਾ ਕੌਣ ਹਵਾਲ। ਫਿਰ ਕਿਸੇ ਨਹੀਂ ਪੱਖ ਪੂਰਨਾ ਜਦੋਂ ਰੱਬ ਨੇ ਸਾਨੂੰ ਆਪਣੀ ਮਿਹਰ ਤੋਂ ਪਾਸੇ ਕਰ ਦਿੱਤਾ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਭਗਤ ਜੀ ਕਹਿੰਦੇ ਭਾਈ ਇਹ ਗੱਲ ਪੱਲੇ ਨਾਲ ਬੰਨ ਲਾ, ਜੇ ਤੂੰ ਕਿਸੇ ਤੇ ਜ਼ੋਰ ਕਰਦਾ, ਅਤਿਆਚਾਰ ਕਰਦਾ, ਆਪਣੀ ਤਾਕਤ ਤੂੰ ਕਿਸੇ ਨੂੰ ਅਜ਼ਮਾਉਣਾ ਕਿਸੇ ਗਰੀਬ ਦੇ ਉੱਤੇ, ਤੇ ਇਹ ਜ਼ੁਲਮ ਹੈ। ਇਹਨੂੰ ਧਰਮ ਦਾ ਨਾਮ ਨਾ ਦੇ। ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਜਿੱਥੇ ਉਹਨਾਂ ਜ਼ਿਕਰ ਕੀਤਾ ਸੀ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੇ। ਇਸੇ ਸ਼ਬਦ 'ਚ ਅੱਗੇ ਜਾ ਕੇ ਕਹਿੰਦੇ, ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨੀਵਰ ਕਰ ਥਾਪੋ, ਕਾਕੋ ਕਹੋ ਕਸਾਈ। ਕਹਿੰਦੇ ਤੂੰ ਆਪਣੇ ਵੱਲ ਕਦੇ ਝਾਤ ਮਾਰ ਕੇ ਵੇਖ। ਇੱਕ ਪਾਸੇ ਤੂੰ ਕਹੀ ਜਾਂਦਾ ਵੀ ਜੀਵਾਂ ਨੂੰ ਮਾਰਨਾ ਨਹੀਂ ਚਾਹੀਦਾ ਜੀ, ਮਾਸ ਦਾ ਸੇਵਨ ਨਹੀਂ ਕਰਨਾ ਚਾਹੀਦਾ, ਖਾਣਾ ਨਹੀਂ ਚਾਹੀਦਾ, ਇਹ ਅਧਰਮ ਹੈ। ਤੇ ਦੂਜੇ ਪਾਸੇ ਤੂੰ ਖੁਦ ਕਹੀ ਜਾਂਦਾ ਭਾਈ ਆਹ ਕੰਮ ਕਰਨ ਦੇ ਲਈ ਬਲੀ ਦੇਣੀ ਪੈਣੀ ਹੈ, ਜੇ ਜੱਗ ਕਰਨਾ ਤੇ ਬਲੀ ਦੇਣੀ ਪਏਗੀ। ਤੇ ਭਗਤ ਜੀ ਕਹਿੰਦੇ ਦੱਸ ਭਾਈ, ਜੀ ਵਧੋ ਮਤਲਬ ਮਾਰਨਾ, ਤੂੰ ਜੀਵਾਂ ਨੂੰ ਮਾਰਦਾ, ਸੋ ਧਰਮ ਕਰ ਥਾਪੋ, ਤੂੰ ਕਹੀ ਜਾਂਦਾ ਧਰਮ ਹੈ ਇਹ। ਭਗਤ ਜੀ ਕਹਿੰਦੇ ਫਿਰ ਅਧਰਮ ਕਿਹਨੂੰ ਕਹੇਗਾ? ਅਧਰਮ ਕਿਹਨੂੰ ਕਹੇਗਾ ਤੂੰ? ਵੀ ਤੂੰ ਆਪ ਜੀਵਾਂ ਨੂੰ ਮਾਰੇ ਤੇ ਧਰਮ, ਕੋਈ ਦੂਜਾ ਮਾਰੇ ਤੇ ਅਧਰਮ। ਇੱਕ ਪਾਸੇ ਤੂੰ ਕਹੀ ਜਾਂਦਾ ਕਸਾਈਆਂ ਦਾ ਹਾਲ ਬੜਾ ਮਾੜਾ ਹੋਣਾ, ਕਸਾਈ ਚੰਗਾ ਨਹੀਂ ਕਰਦੇ, ਜੀਵਾਂ ਨੂੰ ਮਾਰਦੇ ਨੇ। ਤੇ ਭਗਤ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਬੜਾ ਪੁੱਗਿਆ ਹੋਇਆ ਦੱਸੀ ਜਾਂਦਾ, ਆਪਸ ਕੋ ਮੁਨੀਵਰ ਕਰ ਥਾਪੋ, ਆਪਣੇ ਆਪ ਨੂੰ ਤੂੰ ਮੁਨੀ ਬਣਾ ਕੇ ਬੈਠਾ ਵੀ ਤੇਰੇ ਵਰਗਾ ਪੁੱਗਿਆ ਹੋਇਆ ਕੋਈ ਨਹੀਂ। ਤੇ ਕਹਿੰਦੇ ਫਿਰ ਇਹ ਦੱਸ ਕਸਾਈ ਕਿਹੜਾ ਹੁੰਦਾ? ਕਸਾਈ ਕਿਹਨੂੰ ਕਿਹਾ ਜਾਂਦਾ? ਉਹਨੂੰ ਹੀ ਕਿਹਾ ਜਾਂਦਾ ਨਾ ਜਿਹੜਾ ਜੀਵਾਂ ਨੂੰ ਮਾਰਦਾ। ਤੇ ਤੂੰ ਕੀ ਕੀਤਾ? ਤੂੰ ਵੀ ਤੇ ਜੀਵਾਂ ਨੂੰ ਮਾਰਿਆ ਹੀ ਹੈ। ਅਧਰਮ ਤੂੰ ਕਹਿੰਦਾ ਜੀਵਾਂ ਨੂੰ ਮਾਰਨਾ, ਤੇ ਤੂੰ ਕੀ ਕਰਨ ਲੱਗਾ? ਤੂੰ ਵੀ ਤੇ ਅਧਰਮ ਹੀ ਕਰਨ ਲੱਗਾ ਨਾ। ਬਸ ਫਰਕ ਇੰਨਾ ਹੈ, ਉਹ ਆਪਣੇ ਕਿਰਤ ਦੇ ਲਈ, ਆਪਣੇ ਕਰਮ ਦੇ ਲਈ ਜੀਵ ਮਾਰ ਰਿਹਾ, ਤੇ ਤੂੰ ਧਰਮ ਦੇ ਲਈ ਜੀਵ ਮਾਰ ਰਿਹਾ। ਤੇ ਖਿਮਾ ਕਰਿਓ ਮੈਂ ਬਚਨ ਵਰਤਨ ਲੱਗਿਆ, ਕਸਾਈ ਫਿਰ ਉਸ ਧਰਮੀ ਨਾਲੋਂ ਚੰਗਾ ਹੈ ਜਿਹੜਾ ਸ਼ਰੇਆਮ ਜੀਵ ਮਾਰ ਰਿਹਾ। ਧਰਮੀ ਧਰਮ ਦੇ ਨਾਮ ਉੱਤੇ ਮਾਰ ਕੇ ਤੇ ਕਹਿੰਦਾ ਧਰਮ ਦਾ ਕੰਮ ਹੈ ਇਹ। ਜੇ ਤੇ ਭਾਈ ਤੂੰ ਰਸਨਾ ਦੇ ਸਵਾਦ ਲਈ ਹੀ ਸਾਰਾ ਕੁਝ ਕਰਨਾ, ਜੀਭਾ ਦੇ ਸਵਾਦ ਲਈ ਕਰਨਾ, ਤੇ ਫਿਰ ਸ਼ਰੇਆਮ ਕਰ।
ਫਿਰ ਧਰਮ ਦਾ ਨਾਮ ਦੇ ਕੇ ਤਾਂ ਨਾ ਕਰ ਵੀ ਇਹ ਧਰਮ ਦਾ ਕੰਮ ਹੈ। ਤੂੰ ਕਰੇ ਤੇ ਧਰਮ, ਦੂਜੇ ਕਰਨ ਤੇ ਅਧਰਮ। ਧਾਰਮਿਕ ਬੰਦਾ ਕਰੇ ਤੇ ਧਰਮ, ਜੇ ਕੋਈ ਆਮ ਬੰਦਾ ਕਰ ਜਾਏ ਤੇ ਅਧਰਮ। ਧਾਰਮਿਕ ਬੰਦਾ ਕਰੇ ਤੇ ਪੁੰਨ, ਜੇ ਕੋਈ ਆਮ ਬੰਦਾ ਕਰ ਜਾਏ ਤੇ ਪਾਪ। ਭਗਤ ਜੀ ਕਹਿੰਦੇ ਭਾਈ ਇਹ ਗੱਲ ਕਿੱਥੇ, ਤੂੰ ਕਿਵੇਂ ਇਸ ਗੱਲ ਨੂੰ ਪ੍ਰਵਾਨਗੀ ਦੇਏਗਾ? ਤੂੰ ਦੱਸ ਵੀ ਜਿਹੜਾ ਕਸਾਈ ਹੈ ਤੇ ਤੇਰੇ ਵਿੱਚ ਫਰਕ ਕੀ ਰਹਿ ਗਿਆ? ਤੂੰ ਕਸਾਈ ਕਿਹਨੂੰ ਕਹੇਗਾ? ਉਹ ਵੀ ਜੀਵ ਮਾਰਦਾ, ਤੂੰ ਵੀ ਮਾਰੀ ਜਾਂਦਾ। ਉਹ ਸਿਰਫ ਆਪਣੇ ਪੇਟ ਦੇ ਲਈ ਉਹਦੀ ਕਿਰਤ ਹੈ, ਉਹ ਕਰਦਾ ਹੋਇਆ ਮਾਰ ਕੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ, ਤੇ ਤੂੰ ਮਾਰ ਕੇ ਆਪਣੇ ਪੇਟ ਦੇ ਲਈ, ਧਰਮ ਦੇ ਲਈ ਤੂੰ ਕਹਿਣਾ ਵੀ ਆਹ ਕੰਮ ਬੜਾ ਚੰਗਾ, ਤੂੰ ਵੀ ਖਾਣਾ। ਹੋ ਸਕਦਾ ਕਸਾਈ ਵੱਢਦਾ ਹੋਵੇ ਪਰ ਖਾਂਦਾ ਨਾ ਹੋਵੇ, ਤੂੰ ਧਰਮ ਦੇ ਨਾਮ ਤੇ ਖਾਧੀ ਵੀ ਜਾਣਾ। ਕਿਸ ਜਗ੍ਹਾ ਤੇ ਖੜੋਤਾ ਹੈ ਤੂੰ? ਤੇ ਭਗਤ ਜੀ ਅੱਜ ਕਹਿੰਦੇ ਜ਼ੋਰ ਕੀਆ ਸੋ ਜ਼ੁਲਮ ਹੈ। ਜੇ ਤੂੰ ਜ਼ੋਰ ਕਰ ਰਿਹਾ, ਚਾਹੇ ਧਰਮ ਦੇ ਨਾਮ ਤੇ ਕਰ ਰਿਹਾ ਹੋਵੇਂ ਤੇ ਚਾਹੇ ਉਵੇਂ ਕਰ ਰਿਹਾ ਹੋਵੇਂ, ਜ਼ੁਲਮ ਹੈ, ਇਹ ਜ਼ੁਲਮ ਹੈ। ਲੈ ਜਵਾਬ ਖੁਦਾਏ, ਰੱਬ ਨੇ ਤੇਰੇ ਕੋਲੋਂ ਜਵਾਬ ਮੰਗਣਾ ਹੈ। ਰੱਬ ਨੇ ਤੇਰੇ ਤੋਂ ਇਸ ਗੱਲ ਦਾ ਲੇਖਾ ਮੰਗਣਾ ਹੈ। ਤੂੰ ਜੋ ਮਰਜ਼ੀ ਕਰ ਲਾ, ਚਾਹੇ ਧਰਮ ਦੇ ਨਾਮ ਤੇ ਕਰ ਲਾ, ਚਾਹੇ ਧਰਮ ਦੇ ਨਾਮ ਤੇ ਬੱਕਰੇ ਵੱਢ ਲਾ, ਤੇ ਚਾਹੇ ਜਿਸ ਮਰਜ਼ੀ ਤਰੀਕੇ ਨਾਲ ਵੱਢ ਲਾ। ਲੈ ਜਵਾਬ ਖੁਦਾਏ, ਖੁਦਾ ਨੇ ਤੇਰੇ ਕੋਲੋਂ ਜਵਾਬ ਜ਼ਰੂਰ ਮੰਗਣਾ ਹੈ। ਦਫਤਰ ਲੇਖਾ ਨਿਕਸੈ, ਮਾਰ ਮੋਹਿ ਮੋਹਿ ਖਾਏ। ਜਿੱਦਣ ਦਫ਼ਤਰ ਚੋਂ ਲੇਖਾ ਨਿਕਲਿਆ, ਜਿੱਦਣ ਰੱਬ ਨੇ ਲੇਖਾ ਜੋਖਾ ਕੀਤਾ, ਫਿਰ ਮਾਰ ਮੋਹੇ ਮੋਹ ਖਾਏ। ਮਾਰ ਤੇ ਤੈਨੂੰ ਵੀ ਪੈਣੀ ਹੈ। ਹਿਸਾਬ ਕਿਤਾਬ ਤੇ ਰੱਬ ਨੇ ਬਰਾਬਰ ਹੀ ਕਰਨਾ ਨਾ। ਅਸੀਂ ਪੜ੍ਹ ਕੇ ਸ਼ੁਰੂਆਤ ਹੀ ਇੱਥੋਂ ਕੀਤੀ ਸੀ, ਸਾਚਾ ਸਾਹਿਬ ਸਾਚ ਨਾਏ। ਉਹ ਰੱਬ ਸੱਚਾ ਹੈ, ਉਹਦਾ ਨਿਆਂ ਵੀ ਸੱਚਾ ਹੈ। ਤੇ ਜੇ ਅਸੀਂ ਜੀਵ ਮਾਰ ਰਹੇ ਹਾਂ ਤੇ ਮਰਨ ਨੂੰ ਤਿਆਰ ਵੀ ਰਹੀਏ, ਕਿਉਂਕਿ ਸਾਡੇ ਨਾਲ ਨਿਆਂ ਹੋਣਾ ਹੈ, ਰੱਬ ਨੇ ਕਰਨਾ। ਕਿਸ ਢੰਗ ਨਾਲ ਕਰ ਦੇਣਾ ਕੋਈ ਪਤਾ ਨਹੀਂ। ਇੰਨਾ ਕਹਿ ਸਕਦੇ ਹਾਂ ਵੀ ਰੱਬ ਨੇ ਇਨਸਾਫ ਜ਼ਰੂਰ ਕਰਨਾ। ਜੇ ਅੱਜ ਅਸੀਂ ਅਤਿਆਚਾਰ ਕਰ ਰਹੇ ਹਾਂ ਨਾ, ਚਾਹੇ ਆਪਣੀ ਤਾਕਤ ਕਰਕੇ ਕਰ ਰਹੇ ਹਾਂ, ਚਾਹੇ ਆਪਣੇ ਬਲ ਕਰਕੇ ਕਰ ਰਹੇ ਹਾਂ, ਕੱਲ ਨੂੰ ਤਿਆਰ ਰਹੀਏ ਉਹਨਾਂ ਸਾਰੇ ਕੀਤੇ ਹੋਏ ਜ਼ੁਲਮਾਂ ਨੂੰ ਭੋਗਣ ਦੇ ਲਈ। ਅੱਜ ਅਸੀਂ ਆਪਣੀ ਅਮੀਰੀ ਕਰਕੇ, ਆਪਣੇ ਅਹੁਦੇ ਕਰਕੇ, ਆਪਣੀ ਉੱਚਤਾ ਕਰਕੇ ਗਰੀਬੀ ਨੂੰ ਮਾਰ ਲਈਏ, ਦਬਾ ਦਈਏ, ਅਸੀਂ ਜ਼ੁਲਮ ਕਰੀਏ ਉਹਨਾਂ ਤੇ ਅਸੀਂ ਕਹੀਏ ਬੜੇ ਚੰਗੇ ਆ ਅਸੀਂ। ਤੇ ਸੱਜਣਾ, ਜਿੱਦਣ ਕੱਲ ਰੱਬ ਦੇ ਇਨਸਾਫ ਦੀ ਚੱਕੀ ਚੱਲੀ ਨਾ, ਤੇ ਫਿਰ ਵੇਖੀ ਇਨਸਾਫ ਕਿਵੇਂ ਹੁੰਦਾ। ਫਿਰ ਇੱਕ ਇੱਕ ਬੰਦੇ ਤੇ ਜਿਹੜਾ ਤੂੰ ਜ਼ੁਲਮ ਕੀਤਾ ਸੀ ਨਾ, ਉਹ ਇੱਕ ਇੱਕ ਬੰਦੇ ਤੇ ਕੀਤਾ ਹੋਇਆ ਜ਼ੁਲਮ ਤੇਰੇ ਤੋਂ ਹੀ ਵਸੂਲਣਾ ਰੱਬ ਨੇ। ਫਿਰ ਮੰਜੇ ਤੇ ਪਿਆ ਕੁਰਲਾਏਗਾ, ਫਿਰ ਮੌਤ ਵੀ ਮੰਗੇਗਾ, ਪਰ ਜਿੰਨਾ ਚਿਰ ਲੇਖਾ ਨਹੀਂ ਨਾ ਨਿਬੜਦਾ ਉਹਨਾਂ ਚਿਰ ਮੌਤ ਵੀ ਨਹੀਂ ਆਉਣੀ। ਉਹ ਸਾਰਾ ਲੇਖਾ ਜੋਖਾ ਹੀ ਹੈ ਨਾ। ਕਿੰਨੀ ਚੰਗੀ ਜ਼ਿੰਦਗੀ ਜਿਉਂਦਾ ਬੰਦਾ, ਤੇ ਜਿਉਂਦਾ ਹੋਇਆ ਜਦੋਂ ਅਖੀਰ ਵੇਲਾ ਆ ਜਾਂਦਾ ਤੇ ਮੰਜੇ ਲਈ ਕੁਰਲਾਉਂਦਾ ਹੈ, ਉੱਠਣ ਲਈ ਕੁਰਲਾਉਂਦਾ, ਸਰੀਰਕ ਕਿਰਿਆਵਾਂ ਸੋਧਣ ਲਈ ਕੁਰਲਾਉਂਦਾ। ਆ ਲੇਖਾ ਹੀ ਹੈ ਰੱਬ ਲੈ ਰਿਹਾ। ਕਹਿ ਸਕਦੇ ਆ ਭਾਈ ਜ਼ੁਲਮ ਕੀਤੇ ਸੀ, ਕੀਤੇ ਕਰਮਾਂ ਦਾ ਅੱਜ ਫਲ ਮਿਲ ਰਿਹਾ, ਹੁਣ ਭੋਗਣਾ ਤੇ ਪਏਗਾ ਹੀ। ਇਹੀ ਹੈ, ਇਹ ਕਰ ਕਰੇ ਸੋ ਇਹ ਕਰ ਪਾਏ। ਮਰਨ ਤੋਂ ਬਾਅਦ ਚ ਕਿੰਨੇ ਵੇਖਿਆ ਕਿਹਦੇ ਨਾਲ ਲੇਖਾ ਹੋਣਾ, ਕਿਹਦੇ ਉੱਤੇ ਅਤਿਆਚਾਰ ਹੋਣੇ, ਕਿਹਦੇ ਉੱਤੇ ਜ਼ੁਲਮ ਹੋਣਾ, ਕਿਹਨੂੰ ਮਾਰ ਪੈਣੀ, ਕਿਹਨੂੰ ਸਨਮਾਨ ਮਿਲਣਾ। ਮਰਨ ਤੋਂ ਬਾਅਦ ਚ ਕਿੰਨੇ ਵੇਖਿਆ? ਜਿਉਂਦੇ ਜੀ ਵੇਖੀਏ ਸਾਰਾ ਕੁਝ, ਕਿਹਨੂੰ ਸਨਮਾਨ ਮਿਲ ਰਿਹਾ ਤੇ ਕਿਹਨੂੰ ਮਾਰ ਪੈ ਰਹੀ ਹੈ। ਸਨਮਾਨ ਕਿਹਨੂੰ, ਭਾਵੇਂ ਉਹ ਬੰਦੇ ਨੇ ਸਾਰੀ ਜ਼ਿੰਦਗੀ ਬੜੇ ਦੁੱਖ ਭੋਗੇ ਹੋਣ, ਪਰ ਜੇ ਉਹਦੇ ਕਰਮ ਚੰਗੇ ਨਾ, ਰੱਬ ਉਹਨੂੰ ਐਸਾ ਸਨਮਾਨ ਦਿੰਦਾ, ਐਸੀ ਇੱਜ਼ਤ, ਐਸਾ ਮਾਣ ਦਿੰਦਾ, ਉਹ ਬੰਦਾ ਬੜੀ ਵਧੀਆ ਜ਼ਿੰਦਗੀ ਗੁਜ਼ਾਰਦਾ। ਅਖੀਰ ਸਮਾਂ ਵੀ, ਮੌਤ ਵੀ ਬੜੀ ਵਧੀਆ, ਬੜੇ ਚੰਗੇ ਹਾਲਾਤਾਂ ਵਾਲੀ ਆਉਂਦੀ। ਤੇ ਇੱਕ ਉਹ ਹੈ ਜਿਹਨੇ ਜ਼ਿੰਦਗੀ ਤੇ ਬੜੀ ਵਧੀਆ ਗੁਜ਼ਾਰੀ, ਲੋਕਾਂ ਤੇ ਅਤਿਆਚਾਰ ਕਰਕੇ ਧਨ ਦੌਲਤ ਬੜਾ ਇਕੱਠਾ ਕੀਤਾ, ਤੇ ਜਿੱਦਣ ਮੌਤ ਆਈ ਸੀ ਐਸੀ ਭਿਆਨਕ ਮੌਤ ਮਰਿਆ, ਕਹਿ ਸਕਦੇ ਆ ਸੰਸਕਾਰ ਕਰਨ ਨੂੰ ਸਰੀਰ ਵੀ ਨਹੀਂ ਲੱਭਿਆ। ਲੇਖਾ ਹੀ ਹੈ। ਤੇ ਸਤਿਗੁਰੂ ਕਹਿੰਦੇ ਤੂੰ ਇਸ ਗੱਲ ਦਾ ਵੀ ਖਿਆਲ ਰੱਖੀ, ਜ਼ੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕਸੈ, ਮਾਰ ਮੂੰਹੇ ਮੂੰਹ ਖਾਏ। ਸੱਜਣਾ, ਮਾਰ ਤੇ ਜ਼ਰੂਰ ਪਵੇਗੀ। ਕਬੀਰ ਲੇਖਾ ਦੇਨਾ ਸੁਹੇਲਾ,
ਜੋ ਦਿਲ ਸੁਚੀ ਹੋਏ। ਨਾਲ ਹੀ ਫਿਰ ਭਗਤ ਜੀ ਨੇ ਦੂਜਾ ਪੱਖ ਵੀ ਰੱਖਦਾ, ਕਹਿੰਦੇ ਜ਼ੁਲਮ ਕਰੇਗਾ ਲੇਖਾ ਦੇਣਾ ਪਏਗਾ, ਮੁਸ਼ਕਲ ਵੀ ਹੋਏਗਾ, ਮਾਰ ਵੀ ਪਏਗੀ, ਪਰ ਲੇਖਾ ਦੇਣਾ ਸੁਹੇਲਾ, ਸੌਖਾ ਹੋ ਜਾਏਗਾ ਲੇਖਾ ਦੇਣਾ। ਪਰ ਕਦੋਂ? ਜੋ ਦਿਲ ਸੂਚੀ ਹੋਏ। ਜੇ ਦਿਲ ਕਰਕੇ ਸੁਚਮਤਾ ਹੋਏਗੀ, ਦਿਲ ਕਰਕੇ ਪਵਿੱਤਰਤਾ ਹੋਏਗੀ, ਦਿਲ ਕਰਕੇ ਚੰਗੇ ਕਰਮ ਹੋਣਗੇ, ਤੇ ਸੱਜਣਾ ਲੇਖਾ ਵੀ ਸੁਹੇਲਾ ਹੋ ਜਾਵੇਗਾ। ਉਸ ਸਾਚੇ ਦੀ ਬਾਣ ਮਹਿ ਪੱਲਾ ਨਾ ਪਕੜੈ ਕੋਏ। ਫਿਰ ਉਹ ਸੱਚੇ ਦੀਵਾਨ ਵਿੱਚ, ਰੱਬ ਦੇ ਕਚਹਿਰੀ ਵਿੱਚ, ਜਿਹੜੀ ਰੱਬ ਦੀ ਕਚਹਿਰੀ ਲੱਗਣੀ ਨਾ, ਦੀਵਾਨ ਲੱਗਣਾ, ਉਸ ਕਚਹਿਰੀ 'ਚ ਕੋਈ ਤੈਨੂੰ ਤੰਗ ਨਹੀਂ ਕਰੇਗਾ। ਫਿਰ ਕੋਈ ਤੇਰੇ ਉੱਤੇ ਦਾਵਾ ਨਹੀਂ ਕਰੇਗਾ, ਕੋਈ ਤੇਰੇ ਉੱਤੇ ਜ਼ੁਲਮ ਨਹੀਂ ਕਰੇਗਾ। ਫਿਰ ਉੱਥੇ ਕੀ ਹੋਏਗਾ? ਰੇਰੇ ਦਰਗਾ ਕਹੇ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਤੇ ਜੇ ਸੱਜਣਾ ਨਾ ਗੱਲ ਬਣੀ, ਤੇਰੀ ਦਿਲ ਦੀ ਸੁਚਮਤਾ ਨਾ ਹੋਈ, ਫਿਰ ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ ਅਗਲਿਆਂ ਨੇ, ਸੰਗਲਾਂ ਨਾਲ ਬੰਨ ਬੰਨ ਖਿੱਚਣਾ। ਦ੍ਰਿਸ਼ਟਾਂਤ ਹੈ ਵੀ ਇੰਨਾ ਕੁ ਜ਼ਿਆਦਾ ਮੁਸ਼ਕਲ ਹੋਏਗਾ ਵੀ ਸਜ਼ਾਵਾਂ ਵੀ ਤੇਰੇ ਤੋਂ ਭੋਗੀਆਂ ਨਹੀਂ ਜਾਣੀਆਂ, ਇੰਨਾ ਕੁ ਔਖਾ ਹੋਏਗਾ। ਤੇ ਜੇ ਦਿਲ ਦੀ ਪਵਿੱਤਰਤਾ ਹੈ, ਲੇਖਾ ਦੇਣਾ ਸੁਹੇਲਾ। ਜੋ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮਹਿ ਪੱਲਾ ਨਾ ਪਕੜੈ ਕੋਈ। ਪੱਲਾ ਨਾ ਪਕੜੈ ਤੋਂ ਭਾਵ ਵੀ ਕੋਈ ਤੰਗ ਨਹੀਂ ਕਰੇਗਾ, ਕੋਈ ਪੱਲਾ ਖਿੱਚ ਖਿੱਚ ਕੇ ਸੁੱਟਣ ਦੀ ਕੋਸ਼ਿਸ਼ ਨਹੀਂ ਕਰੇਗਾ, ਕੋਈ ਤੇਰੇ ਤੇ ਦਾਵਾ ਕਰਕੇ ਤੇਰੇ ਉੱਤੇ ਕਿਸੇ ਪ੍ਰਕਾਰ ਜ਼ੁਲਮ ਨਹੀਂ ਕਰੇਗਾ। ਤੂੰ ਬੜਾ ਸੌਖਾ ਹੋ ਜਾਏਗਾ ਤੂੰ, ਕਿਉਂਕਿ ਤੂੰ ਆਪਣੇ ਦਿਲ ਦੀ ਪਵਿੱਤਰਤਾ ਰੱਖੀ ਹੈ, ਤੇਰਾ ਹਿਰਦਾ ਚੰਗਾ, ਜੀਵਨ ਬੜਾ ਚੰਗਾ ਗੁਜ਼ਾਰਿਆ, ਮੁਸ਼ਕਲ ਸਮਾਂ ਲੰਘਾਇਆ ਤੇ ਹੈ, ਪਰ ਆਪਣੇ ਸਿਰ ਤੇ ਲੰਘਾਉਂਦਿਆਂ ਤੂੰ ਆਪਣੇ ਤਨ ਤੇ ਦੁੱਖ ਸਹਿ ਲਿਆ, ਪਰ ਆਪਣੀ ਖੁਸ਼ੀ ਲਈ ਤੂੰ ਕਿਸੇ ਨੂੰ ਦੁਖੀ ਨਹੀਂ ਕੀਤਾ। ਆਪਣੀ ਪ੍ਰਸੰਨਤਾ ਲਈ ਤੂੰ ਕਿਸੇ ਦੇ ਘਰ 'ਚ ਦੁੱਖ ਨਹੀਂ ਲੈ ਕੇ ਗਿਆ। ਤੂੰ ਆਪਣਾ ਦੁੱਖ ਆਪ ਸਹਾਰ ਲਿਆ, ਸਹਿ ਲਿਆ, ਮੁਸ਼ਕਲ ਸਮਾਂ ਵੀ ਕੱਢ ਲਿਆ, ਦਿਲ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਿਆ, ਸਗੋਂ ਕੋਸ਼ਿਸ਼ ਕੀਤੀ ਤੇਰੇ ਕਰਕੇ ਕੋਈ ਦੁਖੀ ਨਾ ਹੋਵੇ, ਤੇਰੇ ਕਰਕੇ ਕੋਈ ਮੁਸ਼ਕਲ ਵਿੱਚ ਨਾ ਫਸੇ। ਸੱਜਣਾ, ਜੇ ਤੇ ਇਦਾਂ ਦਾ ਜੀਵਨ ਲੰਘਾਇਆ, ਫਿਰ ਲੇਖਾ ਦੇਣਾ ਸੁਹੇਲਾ। ਤੇ ਜੇ ਆਪਣੀ ਖੁਸ਼ੀ ਲਈ ਤੂੰ ਲੋਕਾਂ ਦੇ ਘਰ ਉਜਾੜਦਾ ਫਿਰਿਆ, ਲੋਕਾਂ ਦੇ ਘਰਾਂ ਵਿੱਚ ਦੁੱਖ ਤਕਲੀਫਾਂ ਦਿੰਦਾ ਫਿਰਿਆ, ਤੇ ਫਿਰ ਜ਼ੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਬਸ ਆਹ ਚੀਜ਼ ਹੈ ਜਿਹੜੀ ਅੱਜ ਭਗਤ ਕਬੀਰ ਸਾਹਿਬ ਸਾਨੂੰ ਇਹਨਾਂ ਸ਼ਲੋਕਾਂ 'ਚ ਸਮਝਾ ਰਹੇ। ਸੱਜਣਾ, ਚੰਗੇ ਕਰਮ ਕਰ ਤਾਂ ਜੋ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨਿਆ ਜਾਏ, ਕਿਉਂਕਿ ਜੇ ਜ਼ੁਲਮ ਕਰੇਗਾ ਤੇ ਰੱਬ ਦੀਆਂ ਨਜ਼ਰਾਂ 'ਚ ਤੇ ਧਕੇਲਿਆ ਹੀ ਜਾਣਾ, ਤੇ ਜਿੱਦਣ ਲੇਖਾ ਪੁੱਛਿਆ ਜਾਣਾ ਉਦਣ ਤੇਰੇ ਤੋਂ ਫਿਰ ਲੇਖਾ ਵੀ ਦਿੱਤਾ ਨਹੀਂ ਜਾਣਾ। ਬੜਾ ਔਖਾ ਹੋਏਗਾ, ਫਿਰ ਔਖਾ ਹੋਏ ਹੋਏ ਰੋਇਆ, ਔਖਾ ਹੋ ਕੇ ਰੋਣਾ ਤੇ ਕੁਰਲਾਉਣਾ ਵੀ ਪਏਗਾ। ਤੂੰ ਮੌਤ ਵੀ ਮੰਗੇਗਾ ਸੱਜਣਾ, ਮੌਤ ਵੀ ਤੈਨੂੰ ਨਹੀਂ ਮਿਲਣੀ, ਕਿਉਂਕਿ ਜਿੰਨਾ ਚਿਰ ਲੇਖਾ ਨਹੀਂ ਨਾ ਨਿਬੜਦਾ ਉਨਾ ਚਿਰ ਮੌਤ ਵੀ ਨਹੀਂ ਆਉਣੀ। ਖੈਰ, ਮਾਲਕ ਰਹਿਮਤ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਹਿਰਦਿਆਂ ਦੀ ਪਵਿੱਤਰਤਾ, ਦਿਲਾਂ ਦੀ ਪਵਿੱਤਰਤਾ ਬਖਸ਼ਿਸ਼ ਕਰਨ, ਤਾਂ ਜੋ ਅਸੀਂ ਆਪਣੇ ਜੀਵਨ ਸੁਹੇਲੇ ਗੁਜ਼ਾਰ ਕੇ ਆਪਣੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਗੁਰੂ ਘਰ ਦੇ ਵੱਲੋਂ ਇਸ ਸਾਰੇ ਮਾਹੌਲ ਨੂੰ ਵੇਖਦਿਆਂ ਹੋਇਆਂ ਨਿਰੰਤਰ ਸੇਵਾਵਾਂ ਜਿਹੜੀਆਂ ਲੰਗਰ ਦੀਆਂ ਚੱਲ ਰਹੀਆਂ ਨੇ, ਜਿੱਥੇ ਗੁਰੂ ਘਰ ਦੇ ਵੱਲੋਂ ਨਿਰੰਤਰ ਸੇਵਾਵਾਂ ਚੱਲ ਰਹੀਆਂ, ਉੱਥੇ ਸੰਗਤਾਂ ਬੜਾ ਸਹਿਯੋਗ ਦੇ ਰਹੀਆਂ ਨੇ ਲੰਗਰ ਦੇ ਵਿੱਚ, ਮਾਇਆ ਦੇ ਨਾਲ, ਰਸਦਾਂ ਦੇ ਨਾਲ। ਤੇ ਸੰਗਤਾਂ ਨੂੰ ਬੇਨਤੀ ਹੈ ਵੀ ਜਿਹੜੀਆਂ ਵੀ ਸੰਗਤਾਂ ਮਾਇਆ ਨਾਲ ਜਾਂ ਰਸਦਾਂ ਦੇ ਨਾਲ ਸੇਵਾਵਾਂ ਕਰ ਰਹੀਆਂ ਨੇ, ਉਹ ਗੁਰੂ ਘਰ ਦੇ ਵਿੱਚੋਂ ਰਸੀਦ ਜਿਹੜੀ ਉਹਨੂੰ ਜ਼ਰੂਰ ਪ੍ਰਾਪਤ ਕਰੋ, ਤਾਂ ਜੋ ਆਪ ਜੀ ਨੂੰ ਵੀ ਪਤਾ ਹੋਵੇ ਔਰ ਪ੍ਰਬੰਧ ਜਿਹੜਾ ਉਹਦੀਆਂ ਨਜ਼ਰਾਂ ਵਿੱਚ ਵੀ ਆਪ ਜੀ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਜ਼ਰੂਰ ਹੋਣ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਭਨਾਂ ਨੂੰ ਆਪਣੀ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ, ਚੜ੍ਹਦੀ ਕਲਾ ਦੇ ਅਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਕਬੀਰ ਲੇਖਾ ਦੇਨਾ ਸੁਹੇਲਾ, ਜੋ ਦਿਲ ਸੁਚੀ ਹੋਏ।
ਉਸ ਸਾਚੇ ਦੀਵਾਨ ਮਹਿ ਪੱਲਾ ਨਾ ਪਕੜੈ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ ਭਇਆ